ਤੇ ਉਹਦਾ ਮਨ ਕੀ ਹੁੰਦਾ ਹੈ, ਜਿਹੜੀ ਖੁਆਇਸ਼ ਉਹਨਾਂ ਨੇ ਪੁੱਛ ਲਈ ਆ ਤੇ ਮੈਂ ਉਹਦੇ ਤੇ ਆਪਣੇ ਆਪ ਨੂੰ ਕੀ ਕਰ ਲਵਾਂ, ਨਿਰਭਰ ਕਰ ਲਵਾਂ, ਕਿਤੇ ਇਹਦੇ ਤੋਂ ਵੀ ਜਾਂਦਾ ਨਾ। ਹਾਲੇਲੂਇਆ। ਸੋ ਇਹ ਵੀ ਇੱਕ ਗੱਲ ਰੱਖੀ ਹੋਈ ਆ ਦੁਨਿਆਵੀ ਤੌਰ ਤੇ ਸਾਨੂੰ ਆਤਮਿਕ ਰੀਤੀ ਦੇ ਨਾਲ ਸਮਝਣ ਦੇ ਵਾਸਤੇ ਕਿ ਇਹ ਅੰਤ ਦੇ ਦਿਨਾਂ ਵਿੱਚ ਜਦੋਂ ਪ੍ਰੋਗਰਾਮ ਬੜਾ ਖਰਾਬ ਆ ਤੇ ਸਾਡੇ ਕੋਲ ਵੀ ਇੱਕ ਆਖਰੀ ਖੁਆਇਸ਼ ਹੈਗੀ ਹੈ ਨਾ, ਆਖਰੀ ਇੱਛਾ ਹੈਗੀ ਆ। ਉਹ ਕੀ ਹੈ, ਉਹਨੂੰ ਚੈੱਕ ਕਰੋ। ਸਾਡੇ ਵਿੱਚ ਮਸੀਹ ਦੇ ਵਿੱਚ ਹੁੰਦਿਆਂ ਹੈ, ਸਾਡੀ ਇਸ ਧਰਤੀ ਤੇ ਰਹਿੰਦਿਆਂ ਆਖਰੀ ਇੱਛਾ ਕੀ ਆ? ਹਾਲੇਲੂਇਆ। ਕਿਉਂਕਿ ਉਹ ਇਨਸਾਨ ਜਿਹਨੂੰ ਫਾਂਸੀ ਹੋਣੀ ਆ, ਉਹਨੇ ਮਰ ਕੇ ਵੀ ਉਹਦੀ ਆਤਮਾ ਨੂੰ ਚੈਨ ਆਉਣਾ, ਚੈਨ ਨਹੀਂ ਹੋਣਾ। ਹਾਲੇਲੂਇਆ। ਸੋ ਸਾਡੇ ਕੋਲ ਵੀ ਇੱਕ ਧਰਤੀ ਤੇ ਰਹਿੰਦੇ ਰਹਿੰਦੇ ਇੱਕ ਧਰਤੀ ਤੋਂ ਜਦੋਂ ਵੱਖਰੇ ਹੋਣ ਜਾ ਰਹੇ ਆ ਤੇ ਸਾਡੇ ਕੋਲ ਇੱਕ ਆਖਰੀ ਖੁਆਇਸ਼ ਆ। ਜੇ ਤੁਸੀਂ ਮੈਨੂੰ ਪੁੱਛੋ ਕਿ ਮੈਨੂੰ ਪੁੱਛਿਆ ਜਾਵੇ ਤੇਰੀ ਆਖਰੀ ਖੁਆਇਸ਼ ਕੀ ਆ, ਤੇ ਮੈਂ ਤਾਂ ਇਹ ਕਹੂੰਗਾ ਮੈਨੂੰ ਉਹ ਮਹਿਮਾ ਦਾ ਬਦਨ ਮਿਲ ਜਾਏ, ਮਹਿਮਾ ਵਾਲੀ ਬੋਡੀ ਮਿਲ ਜਾਏ। ਹਾਲੇਲੂਇਆ। ਉਹ ਜਲਾਲੀ ਜਿਹੜੀ ਆ ਦੇਹ ਮੈਨੂੰ ਮਿਲ ਜਵੇ ਤਾਂ ਕਿ ਮੌਤ ਦਾ ਸਵਾਦ ਚੱਖ ਹੀ ਨਾ ਸਕਾਂ ਤੇ ਮੈਂ ਇਸ ਬਦਲੀ ਹੋਈ ਬੋਡੀ ਦੇ ਨਾਲ ਇੱਕ ਖੁਦਾ ਦੇ ਕੋਲ ਉਠਾ ਲਿਆ ਜਾਵਾਂ। ਹਾਲੇਲੂਇਆ। ਤੁਹਾਡੇ ਜੋ ਕਿਸੇ ਦੀ ਇਦਾਂ ਦੀ ਤਮੰਨਾ ਕਿ ਜਲਾਲੀ ਬਦਨ ਮਿਲ ਜਾਵੇ, ਉਹ ਦੱਸੋ। ਰੋਸ਼ਨੀ ਵਾਲੀ, ਪ੍ਰਕਾਸ਼ ਵਾਲੀ ਉਹ ਬੋਡੀ ਜਿਹਦੇ ਨਾਲ ਪ੍ਰਕਾਸ਼ ਦੀਆਂ ਕਿਰਨਾਂ ਨੇ ਸਾਨੂੰ ਖਿੱਚਣਾ ਆ, ਤੇ ਉਹ ਬੋਡੀ ਸਾਨੂੰ ਮਿਲ ਜਵੇ। ਇਹ ਸਾਡੇ ਇਹਨਾਂ ਦਿਨਾਂ ਵਿੱਚ ਆਖਰੀ ਤਮੰਨਾ ਹੋਣੀ ਚਾਹੀਦੀ ਆ, ਬਜਾਏ ਇਹਦੇ ਕਿ ਮੈਨੂੰ ਸਕੂਟਰ ਮਿਲ ਜਵੇ, ਕਾਰ ਮਿਲ ਜਵੇ, ਘਰ ਮਿਲ ਜਵੇ, ਪਰਿਵਾਰ ਠੀਕ ਹੋ ਜਾਵੇ, ਕੁਛ ਵੀ ਆ। ਕਿਉਂਕਿ ਆਖਰੀ ਖੁਆਇਸ਼ ਦੇ ਵਿੱਚ ਜਾਨੀ ਕਿ ਉਹ ਇਨਸਾਨ ਦਾ ਸਿਸਟਮ ਕੀ ਹੁੰਦਾ ਆ ਕਿ ਹੁਣ ਸਾਡੇ ਕੋਲ ਜਦੋਂ ਇਹ ਆਖਰੀ ਖੁਆਇਸ਼ ਹੈ ਤੇ ਇਹਦੇ ਉੱਤੇ ਹੀ ਅਸੀਂ ਆਪਣੇ ਆਪ ਨੂੰ ਲਗਾ ਦਈਏ ਕਿ ਅਸੀਂ ਦੁਨੀਆਦਾਰੀ ਦੀਆਂ ਗੱਲਾਂ ਨੂੰ, ਮਸਲਿਆਂ ਨੂੰ ਛੱਡ ਦਈਏ। ਹਾਲੇਲੂਇਆ। ਸੋ ਇਹਨਾਂ ਦਿਨਾਂ ਵਿੱਚ ਸਾਨੂੰ ਇਹ ਸੋਚਣਾ ਪੈਣਾ ਆ ਕਿ ਮੈਂ ਕਿੱਦਾਂ ਕਰਕੇ ਆਪਣੇ ਵਿੱਚੋਂ ਗੰਦਗੀ ਨੂੰ ਕੱਢ ਦਵਾਂ, ਗੰਦੇ ਵਿਚਾਰਾਂ ਨੂੰ ਕੱਢ ਦਵਾਂ, ਗੰਦੀ ਸੋਚ ਨੂੰ ਕੱਢ ਦਵਾਂ ਤੇ ਆਪਣੇ ਆਪ ਨੂੰ ਬਚਾ ਲਵਾਂ। ਔਰ ਇਹਨਾਂ ਦਿਨਾਂ 'ਚ ਮੈਂ ਤੁਹਾਨੂੰ ਇੱਕ ਹੋਰ ਸਲਾਹ ਜਿਹੜੀ ਦੇਣੀ ਚਾਹੂੰਗਾ ਆਪਣੇ ਵੱਲੋਂ, ਉਹ ਇਹ ਆ ਕਿ ਆਪਾਂ ਜਿਹੜੇ ਆਪਣੇ ਕੋਲ ਆਖਰੀ ਦਿਨ ਆ ਇਹਨਾਂ ਦੇ ਵਿੱਚ ਸਿਰਫ ਔਰ ਸਿਰਫ ਆਪਣੇ ਆਪ ਨੂੰ ਠੀਕ ਕਰਨ ਤੇ ਜ਼ੋਰ ਲਗਾ ਦਿਓ। ਹਾਲੇਲੂਇਆ। ਜੇ ਤੁਸੀਂ ਆਪਣੇ ਆਪ ਨੂੰ ਠੀਕ ਕਰੋਗੇ ਤੇ ਖੁਦਾ ਚਾਹੁੰਦਾ ਹੈ ਜਿਹੜੇ ਠੀਕ ਆ ਉਹਨਾਂ ਦੇ ਨਾਲ ਉਹਨਾਂ ਨੂੰ ਜੋੜ ਦਿੱਤਾ ਜਾਵੇ, ਜਿਹੜੇ ਠੀਕ ਨਹੀਂ ਤੇ ਉਹ ਵੀ ਆਪਣੇ ਆਪ ਨੂੰ ਠੀਕ ਕਰ ਲੈਣ। ਹਾਲੇਲੂਇਆ। ਯਾਨੀ ਕਿ ਹੁਣ ਆਪਣੇ ਚੋਂ ਦਿਮਾਗ ਚੋਂ ਗੱਲ ਕੱਢ ਦੇਣੀ ਆ ਕਿ ਮੇਰੀ ਮਾਂ ਬਚ ਜਾਵੇ, ਮੇਰਾ ਭਰਾ ਬਚ ਜਾਵੇ, ਮੇਰੀ ਭੈਣ ਬਚ ਜਾਵੇ ਤੇ ਮੇਰਾ ਪੜੋਸੀ ਬਚ ਜਾਵੇ। ਕੌਣ ਬਚ ਜਾਵੇ ਭਲਾ? ਮੈਂ ਬਚ ਜਾਵਾਂ, ਬਾਕੀ ਖੁਦਾ ਨੇ ਬਚਾ ਲੈਣੀ। ਹਾਲੇਲੂਇਆ। ਪਹਿਲਾਂ ਆਪਣੇ ਕੋਲ ਇੱਕ ਸਮਾਂ ਸੀ ਜਦੋਂ ਅਸੀਂ ਇਸ ਕੰਮ ਲਈ ਜ਼ੋਰ ਪਾ ਸਕਦੇ ਸੀ। ਹੁਣ ਆਪਣੇ ਕੋਲ ਸਮਾਂ ਆ ਜਦੋਂ ਆਪਾਂ ਆਪਣੇ ਅੰਦਰ ਹੀ ਝਾਤੀ ਮਾਰਦੇ ਰਹੀਏ ਤੇ ਉਹਨਾਂ ਖੁਆਇਸ਼ਾਂ ਨੂੰ, ਸੰਸਾਰ ਦੀਆਂ ਗੱਲਾਂ ਨੂੰ ਆਪਣੇ ਵਿੱਚੋਂ ਕੱਢਦੇ ਜਾਈਏ। ਹਾਲੇਲੂਇਆ। ਕਿਉਂਕਿ ਮਹਿਮਾ ਦੀ ਦੇਹ ਜਿਹੜੀ ਦੇਣੀ ਆ ਉਹ ਪਵਿੱਤਰ ਪਰਮੇਸ਼ਵਰ ਦੇ ਵੱਲੋਂ ਸਾਨੂੰ ਮਿਲਣੀ ਆ ਤੇ ਪਵਿੱਤਰ ਪਰਮੇਸ਼ਵਰ ਨੇ ਉਹ ਸਾਨੂੰ ਏਦਾਂ ਹੀ ਉਹ ਬਦਨ ਨਹੀਂ ਦੇ ਦੇਣਾ ਜਿਹੜਾ ਸਵਰਗ ਚੱਕ ਹੋਣਾ ਹੈ। ਸਾਨੂੰ ਉਹਦੇ ਲਈ ਕੀ ਦੇਣੀ ਪੈਣੀ ਆ? ਕੀਮਤ ਦੇਣੀ ਹੈ। ਹਾਲੇਲੂਇਆ। ਸੋ ਕੀਮਤ ਦਿੰਦੇ ਹੋਏ ਅੱਗੇ ਵਧਾਂਗੇ ਤੇ ਫੇਰ ਹੀ ਗੱਲ ਬਣਨੀ ਆ। ਸੋ ਇਹਦੇ ਲਈ ਆਪਾਂ ਦੇਖ ਰਹੇ ਸੀਗੇ 6 ਗੱਲਾਂ ਆ, 6 ਭਵਿੱਖਬਾਣੀਆਂ ਆ ਜਿਹੜੇ ਯਿਸੂ ਮਸੀਹ ਦੇ ਆਉਣ ਦੇ ਨਾਲ ਸੰਬੰਧਿਤ ਸੀਗੀਆਂ, ਜਿਹੜੀਆਂ ਯਿਸੂ ਨੇ ਜਦੋਂ ਉਹਨਾਂ ਨਾਲ ਗੱਲਾਂ ਕਰ ਰਿਹਾ ਤੇ ਉਹ ਉਹਨਾਂ ਨੂੰ ਦੱਸਿਆ, ਚੇਲਿਆਂ ਨੂੰ ਦੱਸਿਆ 6 ਗੱਲਾਂ ਜਿਹਨਾਂ ਨੂੰ ਆਪਾਂ ਦੇਖ ਰਹੇ ਸੀ। ਪਹਿਲੀ ਗੱਲ ਆ ਭੁਚਾਲ, ਹੜ੍ਹ, ਮਹਾਮਾਰੀ ਤੇ ਯੁੱਧ। ਦੂਸਰੀ ਗੱਲ ਸੀਗੀ ਆਕਾਸ਼ ਵਿੱਚ ਹਲਚਲ। ਤੀਸਰੀ ਗੱਲ ਸੀ ਕਲੀਸਿਆ ਵੀਰਾਨ ਅਤੇ ਵਿਸ਼ਵਾਸੀਆਂ ਦਾ ਪਿਆਰ ਠੰਡਾ। ਚੌਥੀ ਗੱਲ ਸੀ ਨਕਲੀ ਮਸੀਹ ਦਾ ਪ੍ਰਗਟ ਹੋਣਾ ਜਿਹੜਾ ਹੋ ਚੁੱਕਾ ਹੋਇਆ ਆ। ਹਾਲੇਲੂਇਆ। ਔਰ ਇਸਰਾਇਲ ਦਾ ਦੁਬਾਰਾ ਵਸਾਏ ਜਾਣਾ। ਇਹ ਦੇਖਿਆ ਸੀ? ਨਹੀਂ ਦੇਖਿਆ? ਚਲੋ ਪੜ੍ਹ ਲਓ, ਲਿਖ ਲਓ। ਇਸਰਾਇਲ ਦਾ ਦੁਬਾਰਾ ਵਸਾਇਆ ਜਾਣਾ, ਇਹ ਵੀ ਭਵਿੱਖਬਾਣੀ। ਇਹ ਵੀ ਯਿਸੂ ਮਸੀਹ ਦੀ ਆਮਦ ਤੋਂ ਪਹਿਲਾਂ ਆਹ ਕੰਮ ਹੋਣਾ ਜ਼ਰੂਰੀ ਆ ਕਿ ਇਸਰਾਇਲ ਦਾ ਦੁਬਾਰਾ ਵਸਾਇਆ ਜਾਣਾ। ਜਿੱਦਾਂ ਕਲੀਸਿਆ ਬਣਦੀ ਜਾ ਰਹੀ ਆ, ਇਦਾਂ ਹੀ ਇਸਰਾਇਲ ਵੀ ਕੀ ਹੁੰਦਾ ਜਾ ਰਿਹਾ ਆ? ਬਣਦਾ ਜਾ ਰਿਹਾ। ਕਲੀਸਿਆ ਉਠਾਏ ਜਾਣ ਲਈ ਤਿਆਰ ਹੋ ਰਹੀ ਆ ਤੇ ਇਸਰਾਇਲ ਮਸੀਹ ਦੀ ਆਮਦ ਲਈ ਜਿੱਥੇ ਰਾਜ ਕਰਨਾ ਉਹਨੇ ਸਦਾ ਲਈ, ਉਹਦੇ ਲਈ ਕੀ ਹੋ ਰਿਹਾ ਆ? ਇਕੱਠਾ ਕੀਤਾ ਜਾ ਰਿਹਾ।
हालेलुया। कलीसिया ने भी कलेश सह के ही उठाया जाना है ते इजराइल ने भी कलेश सह के ही उहदे ते 1000 साल का राज आना है। हालेलुया। ਇਹਦਾ मतलब खुदा दे नाल संबंध रखना, चाहे शरीरक नाते चाहे आत्मिक नाते, जिन्हें भी रखना आ उन्हें दुख उठाना ही आ। हालेलुया। ते शैतान दी चाल की आज भगती दी, हर मजहब दे विच हर धर्म दे विच सुख पा लो, इत्थों नहीं मिलता उथों पा लो, इस गुरु को नहीं मिलता उस गुरु को पा लो, वो चीज़ां ही उन्हें कलीसिया च लै आंदियां, इस पादरी कोलों नहीं मिलता तो फलाने पादरी कोलों पा लो, सुख पा लो किस तरीके नाल, कारोबार सूट कर लो किस तरीके नाल, रोग दूर करवा लो किस तरीके नाल। हालेलुया, हालेलुया। सो साडा ध्यान जदों सानूं छोटे जे एक झुंड नूं प्रभु ने फड़िया आ सच्चे उपदेश के द्वारा, ते सानू खुदा किसी ना किसी बहाने ये जगह ते इकट्ठे कर रहा है, ते सानू ये बल पाउण लई साडी प्रार्थना होनी चाहिए, प्रभु जिहड़ा दुख मैं चल रहा है इनू सहन का मुकाबला करन दी शक्ति दे दे, किते इहदे विच मैं डिग ना जावां। हालेलुया, हालेलुया। सो मैं दसना चाहना है अपने निजी तौर पर सही गवाही, ताकि कुछ ओला ना रहे, और हो सकता है जो असी अपने विच फील करते तुहाडे विच भी ये हो सकता है, या आने वाले दिन च इदां दा आ सकता है। जदों साडे ब्रदर नूं भतीजे नूं उन्हां ने वड्डिया वधिया तरीके दे नाल, ते फिर परिवार दे विच खून तां खोलदा ही है ना, ते उत्थे हॉस्पिटल पहुंचदे सारे शिवा ने मैनूं कहता, डैडी जी हुण ना सानूं रोको, हुण मसीहत एक पासे आ ते साडा प्रोग्राम एक पासे। पास्टर है ये पास्टरों की इदां दी भावना किसी च आ सकती है आपां की। हालेलुया, हालेलुया। ते उहदे रवैया देख के उहदे चेहरे का भाव देख के फिर मम्मी डर गया, मैं कि लगता है इहनूं हुण कंट्रोल करना बड़ा मुश्किल है। फिर गां हौली 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 जो उन्होंने सिखाते आ, पवित्र आत्मा ने अंदरों अंदर कायल करना शुरू करता भी ये चीज़ जायज़ नहीं, तो उन्होंने अपने आप को कंट्रोल किया। हालेलुया। सो इदां दी बड़ियां गल्लां, बड़े हालात साडे कोल होने जिहड़े साडे हत्थों की होने भला बाहर होने आ, पर उहदे विच भी आपां नूं की करना पैना, सिदक रखना पैना है। हालेलुया, हालेलुया, हालेलुया। इसलिए इन्हां दिनां विच सानूं सिੱਖਿਆ ਲੈਣ ਦਾ मतलब है भी जिन्हां भी कलेशां दे विचों दी असीं गुजरदे हां, जिन्हां भी कलेशां विचों दी गुजरदे हां, ਉਹ ਕਲੇਸ਼ਾਂ ਦੇ ਵਿੱਚ ਅਸੀਂ ਖੁਦਾ ਦੀ ਇੱਛਾ ਨੂੰ ਉਹਦੀ ਭੌਣੀ ਸਮਝ ਕੇ ਆਪਾਂ ਕੀ ਕਰ ਲੈਣਾ, ਉਹਨਾਂ ਨੂੰ ਸਹਿ ਲੈਣਾ ਹੈ, ਚਾਹੇ ਉਹ ਨਜਾਇਜ਼ ਹੈ ਤੇ ਚਾਹੇ ਉਹ ਜਾਇਜ਼। ਹਾਲੇਲੂਇਆ, ਹਾਲੇਲੂਇਆ। ਸਾਡੇ ਵਿੱਚ ਜ਼ਿਆਦਾਤਰ ਸਾਡੀਆਂ ਗਲਤੀਆਂ ਦੇ ਕਾਰਨ ਹੀ ਕਲੇਸ਼ ਭੋਗ ਰਹੇ ਹਾਂ, ਤੇ ਜੇ ਉਹ ਗਲਤੀਆਂ ਦੇ ਕਾਰਨ ਵੀ ਭੋਗ ਲਈਏ ਤਾਂ ਫਾਇਦਾ ਹੈ। ਹਾਲੇਲੂਇਆ। ਤੇ ਜੇ ਉਹ ਖੁਦਾ ਵੱਲੋਂ ਆ, ਸਾਡੀ ਉਹ 'ਚ ਕੋਈ ਗਲਤੀ ਨਹੀਂ, ਉਹ 'ਚ ਤਾਂ ਡਬਲ ਫਾਇਦਾ ਹੈ। ਹਾਲੇਲੂਇਆ। सो करना की पैना है, सहना ही पैना। ਇਹਦਾ मतलब मां ਨੂੰ ਧੀ ਨੂੰ ਸਹਿਣਾ ਪੈਣਾ, ਧੀ ਨੂੰ ਮਾਂ ਨੂੰ ਸਹਿਣਾ ਪੈਣਾ, ਨੂੰਹ ਨੂੰ ਸੱਸ ਨੂੰ ਸਹਿਣਾ ਪੈਣਾ, ਸੱਸ ਨੂੰ ਨੂੰਹ ਨੂੰ ਸਹਿਣਾ ਪੈਣਾ, ਪਿਓ ਨੂੰ ਪੁੱਤ ਨੂੰ, ਤੇ ਪੁੱਤ ਨੂੰ ਇਦਾਂ ਹੀ ਆ। ਹਾਲੇਲੂਇਆ। ਸੋ ਇਹ ਸਹਿਣਾ ਜਿਹੜਾ ਆ, ਜਿਸ ਸੰਸਾਰ ਵਿੱਚ ਰਹਿੰਦੇ ਆ ਸ਼ੈਤਾਨ ਦੇ ਕਬਜ਼ੇ ਵਿੱਚ ਆ, ਸ਼ੈਤਾਨ ਦੀਆਂ ਸ਼ਕਤੀਆਂ ਇੱਥੇ ਆ। ਤੇ ਅਸੀਂ ਦੱਸ ਰਹੇ ਸੀ ਕਿ ਜਦੋਂ ਹੁਣ ਅਸੀਂ ਉੱਥੇ ਬੰਦਗੀ ਤੇ ਗਏ ਤੇ ਅਸੀਂ ਕਾਫੀ ਐਡਵਾਂਸ ਚਲੇ ਗਏ ਸੀਗੇ। ਸਾਡਾ ਮਨ ਸੀ ਉਹਨਾਂ ਦੇ ਘਰੇ ਬੈਠ ਕੇ ਪ੍ਰਾਰਥਨਾ ਕਰੀਏ, ਜਿਨ੍ਹਾਂ ਨੇ ਇੱਦਾਂ ਦਾ ਉਪਰਾਲਾ ਕੀਤਾ ਆ, ਕਾਫੀ ਦੇਰ ਤੋਂ ਉਹਨਾਂ ਦੇ ਮਨ 'ਚ ਸੀ। ਤੇ ਅਸੀਂ ਘਰ ਕਮਰੇ ਵਿੱਚ ਬੈਠ ਕੇ, ਗਰੁੱਪ ਭੈਣਾਂ ਦਾ ਗਰੁੱਪ ਵੱਖਰਾ ਪੈ ਗਿਆ, ਭਾਈਆਂ ਦਾ ਗਰੁੱਪ ਵੱਖਰਾ ਪੈ ਗਿਆ, ਅਸੀਂ ਆਰਾਧਨਾ ਕੀਤੀ, ਪੂਰਾ ਡਟ ਕੇ ਆਰਾਧਨਾ ਕੀਤੀ, ਔਰ ਉੱਥੇ ਇੰਨਾ ਅਭਿਸ਼ੇਕ ਹੋਇਆ ਕਿ ਮੈਂ ਅਭਿਸ਼ੇਕ ਦੇ ਦਰਮਿਆਨ ਹੀ ਰੋਕਿਆ ਆਪਣੇ ਗਰੁੱਪ ਨੂੰ। ਮੈਂ ਕਿਹਾ ਤੁਸੀਂ ਜਾਓ ਤੇ ਇਸ ਪਿੰਡ ਦੇ ਸਾਰੇ ਗਲੀਆਂ ਗੁਲੀਆਂ ਦੇ ਵਿੱਚ ਫਿਰਨੀਆਂ ਵਿੱਚ ਜਾ ਕੇ ਇੱਕ ਵਾਰੀ ਸ਼ਕਤੀਆਂ ਨੂੰ ਇੱਥੇ ਦੀਆਂ ਨੂੰ ਕੀ ਕਰ ਦਿਓ ਭਲਾ, ਬੰਨ੍ਹ ਦਿਓ। ਹਾਲੇਲੂਇਆ। ਇੱਥੇ ਦੀ ਪ੍ਰਧਾਨ ਸ਼ਕਤੀ ਨੂੰ ਵੀ ਕੀ ਕਰ ਦਿਓ, ਬੰਨ੍ਹ ਦਿਓ। ਹਾਲੇਲੂਇਆ। ਕਿਉਂਕਿ ਜਿਸ ਟਾਈਪ ਨੇ ਉਹਨਾਂ ਨੇ ਲੋਕਾਂ ਨੂੰ ਸਾਰਿਆਂ ਨੂੰ ਸੱਦਿਆ ਸੀਗਾ ਨਾ, ਇਹ ਸ਼ਕਤੀਆਂ ਬੰਨਿਆ ਬਗੈਰ ਉਹ ਆ ਸਕਦੇ ਨਹੀਂ। ਹਾਲੇਲੂਇਆ। ਔਰ ਉਹ ਬੰਨਣ ਦੇ ਬਾਅਦ ਕੀ ਹੋਇਆ, ਜਿੰਨਿਆਂ ਨੂੰ ਖੁਦਾ ਉੱਥੇ ਚਾਹੁੰਦਾ ਸੀ ਉਹਨਾਂ ਨੂੰ ਕੱਢ ਕੇ ਲੈ ਕਿਸੇ ਨੇ। ਹਾਲੇਲੂਇਆ। ਇਹ ਤਾਂ ਉੱਥੇ ਆਉਣ ਦਾ ਕਿਸੇ ਦਾ ਚਾਂਸ ਨਹੀਂ, ਸਿਰਫ ਆਪਣੇ ਗਰੁੱਪ ਤੋਂ ਇਲਾਵਾ, ਦੁਆ ਪ੍ਰਾਰਥਨਾ ਵਾਲਿਆਂ ਤੋਂ ਇਲਾਵਾ ਉੱਥੇ ਹੋਰ ਕਿਸੇ ਦਾ ਆਉਣ ਦਾ ਚਾਂਸ ਹੈਗਾ ਨਹੀਂ। खुदा काट ले आया। हालेलुया, हालेलुया। सो उस जगह ते फिर पहले गीत ते भजन ते ही शक्ति जिहड़ी सी ज़ाहिर हो गई। सो शक्तियां बेचैन हो जांदियां ना, वो सड़ भुज जांदियां भी इन्हां ने बन्निया क्यों, असीं तां होण नहीं देना चाहुंदे।
ਉਹ ਸ਼ਕਤੀਆਂ ਸਾਡੇ ਨਾਲ ਸਾਡੇ ਘਰ 'ਚ ਆਉਣ। ਹਾਲੇਲੂਇਆ ਹਾਲੇਲੂਇਆ। ਇਹਦਾ ਮਤਲਬ ਸ਼ਕਤੀ ਬਣ ਕੇ ਆਪਾਂ ਉਦਾਂ ਹੀ ਰਹਿ ਨਹੀਂ ਸਕਦੀ। ਸੋ ਜਿੰਨਾ ਕਸ਼ਟ ਅਸੀਂ ਇਹਦੇ ਦਰਮਿਆਨ ਭੋਗਿਆ ਉਹਨਾਂ ਸ਼ਕਤੀਆਂ ਨੂੰ ਬੰਨ ਕੇ ਇਹ ਅਸੀਂ ਜਾਣਦੇ। ਹਾਲੇਲੂਇਆ। ਸੋ ਕਹਿਣ ਦਾ ਮਤਲਬ ਉਹ ਵੀ ਚੁੱਪ ਰਹਿੰਦੀਆਂ, ਚੁੱਪ ਨਹੀਂ ਰਹਿੰਦਾ, ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਸਾਨੂੰ ਕੀ ਕਰਨਾ, ਬੇਚੈਨ ਕਰਨਾ। ਪਰ ਜੇ ਸਾਡਾ ਪ੍ਰਾਰਥਨਾ ਦਾ ਜੀਵਨ ਹੋਊਗਾ, ਖੁਦਾ ਦੇ ਵਿੱਚ ਸਾਡਾ ਜੀਵਨ ਹੋਊਗਾ, ਤੇ ਉਹ ਸ਼ਕਤੀਆਂ ਝੂਠੀਆਂ ਪੈ ਸਕਦੀਆਂ, ਨਹੀਂ ਤਾਂ ਉਹ ਬਰਬਾਦੀ ਕਰ ਸਕਦੀਆਂ। ਹਾਲੇਲੂਇਆ ਹਾਲੇਲੂਇਆ। ਸੋ ਸਾਡੇ ਵਿੱਚ ਇਹਨਾਂ ਦਿਨਾਂ ਵਿੱਚ ਕਿਹਨਾਂ ਨੂੰ ਫੜਨਾ? ਉਹਨਾਂ ਸ਼ਕਤੀਆਂ ਨੇ, ਤਾਕਤਾਂ ਨੇ। ਉਹਨਾਂ ਨੂੰ ਫੜਨਾ ਆ ਜਿਹੜੇ ਕਮਜ਼ੋਰ ਆ। ਹਾਲੇਲੂਇਆ। ਉਹਨਾਂ ਨੂੰ ਫੜ ਲੈਣਾ, ਕਮਜ਼ੋਰ ਨੂੰ ਫੜ ਲੈਣਾ। ਜਿਹਨੇ ਵਚਨ ਨੂੰ ਗੰਭੀਰਤਾ ਇਹਨਾਂ ਨਹੀਂ ਲੈਣਾ, ਉਹਨਾਂ ਨੇ ਉਹ ਸ਼ਕਤੀਆਂ ਨੂੰ ਫੜਨਾ ਹੈ। ਚਾਹੇ ਉਹਨੂੰ ਰੋਗੀ ਕਰੇ, ਚਾਹੇ ਘਰ 'ਚ ਕਲੇਸ਼ ਕਰੇ, ਚਾਹੇ ਕਾਰੋਬਾਰ ਦੇ ਵਿੱਚ ਪ੍ਰੋਗਰਾਮ ਖਰਾਬ ਕਰੇ, ਕੁਛ ਨਾ ਕੁਛ ਉਹਨਾਂ ਨੇ ਕਰਨਾ। ਪਰ ਇਹਨਾਂ ਦਿਨਾਂ ਵਿੱਚ ਆਪਾਂ, ਮੇਰੇ ਕਹਿਣ ਤੋਂ ਭਾਵ ਹੈ, ਇਹਨਾਂ ਦਿਨਾਂ ਵਿੱਚ ਅਸੀਂ ਆਪਣੇ ਆਪ ਨੂੰ ਇਦਾਂ ਦਾ ਤਿਆਰ ਕਰਨਾ ਹੈ, ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਸਾਡਾ ਦੁਆਦਾਰੀ ਦਾ ਜੀਵਨ ਰੁਕਣਾ ਚਾਹੀਦਾ ਨਹੀਂ। ਕੋਸ਼ਿਸ਼ ਉਹਨਾਂ ਦੀ ਕੀ ਆ? ਕਿਉਂਕਿ ਸਾਨੂੰ ਮਹਿਮਾ ਦੀ ਜਿਹੜੀ ਦੇਹ ਮਿਲਣੀ ਆ, ਇਹ ਆਰਾਧਨਾ ਦੇ ਦੁਆਰਾ ਇੱਕ ਇੱਕ ਕਿਰਨ ਕਿਰਨ ਕਰਕੇ ਸਾਡੇ ਅੰਦਰ ਉਹਨੇ ਸਮਾਉਣਾ ਆ। ਇੱਕ ਬੋਡੀ, ਇੱਕ ਸਾਡੀ ਇੱਕ ਬਣਨਾ, ਇੱਕ ਵਜੂਦ। ਹਾਲੇਲੂਇਆ। ਤੇ ਸ਼ੈਤਾਨ ਦੇ ਪੂਰੀ ਜ਼ੋਰ ਹੋਣਾ ਆ ਵੀ ਕਿਸੇ ਵੀ ਪਾਸਿਓਂ ਇਹਦੇ 'ਚ ਹਨੇਰਾ ਹੀ ਰਵੇ, ਹਰ ਪਾਸਿਓਂ ਕਿਰਨ ਇਹਦੇ ਵਿੱਚ ਆ ਹੀ ਨਾ ਸਕੇ। ਹਾਲੇਲੂਇਆ। ਅਸੀਂ ਆਪਣੇ ਆਪ ਨੂੰ ਇਦਾਂ ਦਾ ਤਿਆਰ ਕਰਨਾ ਹੈ ਕਿ ਉਹ ਸਾਰੀਆਂ ਜਲਾਲ ਦੀਆਂ ਰੋਸ਼ਨੀ ਦੀਆਂ ਕਿਰਨਾਂ ਜਿਹੜੀਆਂ ਉਹ ਸਾਡੇ ਵਿੱਚ ਆ ਜਾਣ। ਇਸ ਲਈ ਅਸੀਂ ਪ੍ਰਾਰਥਨਾ ਦਾ, ਵਚਨ ਪੜ੍ਹਨ ਦਾ, ਜਿਹੜਾ ਆਰਾਧਨਾ ਕਰਨ ਦਾ, ਮੀਟਿੰਗ ਅਟੈਂਡ ਕਰਨ ਦਾ, ਇਹ ਮਨ ਬਣਾ ਕੇ ਰੱਖਣਾ, ਕੀਮਤਾਂ ਦਿੰਦੇ ਹੋਏ। ਹਾਲੇਲੂਇਆ। ਬਸਤੀ ਬਾਵਾ ਖੇਲ 'ਚ ਵੀ ਅਸੀਂ ਜਿਹੜੀ ਸ਼ੁਰੂ ਕੀਤੀ ਹੁਣ ਕਲਾਸ ਜਿਹੜੀ ਆ, ਉਹਦੇ 'ਚ ਰੂਪ ਹੀ ਉਹਦਾ ਕੁਝ ਹੋ ਰਿਹਾ, ਔਰ ਕਾਫੀ ਉੱਚੇ ਲੈਵਲ ਦਾ ਉਹਦੇ 'ਚ ਪ੍ਰਭੂ ਦਾ ਪ੍ਰਕਾਸ਼ਨ ਸਾਨੂੰ ਪ੍ਰਭੂ ਦੇ ਰਿਹਾ। ਉਹ 'ਚ ਮੈਂ ਸਾਰਿਆਂ ਨੂੰ ਕਿਹਾ, ਜਿਹੜੇ ਰੇਂਜ ਵਿੱਚ ਆ ਤੁਸੀਂ ਕੀਮਤ ਦਿੰਦੇ ਹੋਏ ਕਿਸੇ ਤਰੀਕੇ ਨਾਲ ਕੀ ਕਰੋ, ਅਟੈਂਡ ਕਰੋ ਮੀਟਿੰਗ। ਹੋ ਸਕਦਾ ਹੈ ਤੁਹਾਡੇ ਲਈ ਖੁਦਾ ਨੇ ਇੱਥੇ ਕੁਝ ਬਲ ਰੱਖਿਆ ਹੈ। ਹਾਲੇਲੂਇਆ ਹਾਲੇਲੂਇਆ। ਕਿਉਂਕਿ ਅਸੀਂ ਕਹਿ ਨਹੀਂ ਸਕਾਂਗੇ ਖੁਦਾ ਨੂੰ ਵੀ ਸਾਡੇ ਲਈ ਕੋਈ ਇੰਤਜ਼ਾਮ ਨਹੀਂ ਸੀ, ਕੋਈ ਲਾਗੇ ਨਹੀਂ ਸੀ ਜਾਂ ਕੁਝ ਨਹੀਂ ਸੀ। ਖੁਦਾ ਸਾਰਾ ਪਾਸੇ ਸਾਡੇ ਲਈ ਹਰ ਪ੍ਰਕਾਰ ਦੇ ਨਾਲ ਕੰਮ ਕਰਦਾ ਜਾਂਦਾ। ਕਿਸੇ ਪਾਸੇ ਵੀ ਉਹਨੇ ਸਾਨੂੰ ਸੁਣਨਾ ਛੱਡਿਆ ਨਹੀਂ। ਹੁਣ ਸਾਨੂੰ ਆਪਣੇ ਉੱਤੇ ਨਿਰਭਰ ਆ, ਅਸੀਂ ਆਪਣੇ ਆਪ ਨੂੰ ਕਿੱਦਾਂ ਲੈ ਕੇ ਚੱਲਣਾ। ਹਾਲੇਲੂਇਆ। ਸੋ ਨਕਲੀ ਮਸੀਹ ਦਾ ਪ੍ਰਗਟ ਹੋਣਾ ਦੇਖ ਲਿਆ ਸੀ ਆਪਾਂ। ਹਾਂ, ਤੇ ਇਸਰਾਇਲ ਦਾ ਦੁਬਾਰਾ ਵਸਾਇਆ ਜਾਣਾ। ਇਸਰਾਇਲ ਜਿਹੜਾ ਦੇਸ਼ ਜਿਹਦੇ ਲਈ ਆਪਾਂ ਸ਼ੁਰੂਆਤ ਕੀਤੀ ਸੀਗੀ, ਕਿ ਜਿਹੜਾ ਇਸਰਾਇਲ ਦੇਸ਼ ਦੇ ਨਾਲ ਸਾਡਾ ਬਹੁਤ ਜ਼ਿਆਦਾ ਸੰਬੰਧ ਹੈ, ਕਿਉਂਕਿ ਇਸਰਾਇਲ ਧਰਤੀ ਦਾ ਸੈਂਟਰ ਹੈ। ਖੁਦਾ ਦਾ ਕੰਮ ਵੀ ਕਿੱਥੋਂ ਸ਼ੁਰੂ ਹੋਣਾ ਹੈ? ਸੈਂਟਰ ਤੋਂ। ਆਦਮ ਦਾ ਬਾਗ ਵੀ ਧਰਤੀ ਦਾ ਕੀ ਸੀਗਾ? ਸੈਂਟਰ ਸੀਗਾ। ਹਾਲੇਲੂਇਆ। ਸੈਂਟਰ 'ਚੋਂ ਯਿਸੂ ਨੇ ਪੈਦਾ ਹੋਣਾ ਹੈ, ਸੈਂਟਰ 'ਚੋਂ ਯਿਸੂ ਨੇ ਚੱਕਿਆ ਜਾਣਾ, ਸੈਂਟਰ ਤੇ ਯਿਸੂ ਨੇ ਆਉਣਾ ਹੈ। ਸੈਂਟਰ ਤੋਂ ਯਿਸੂ ਦਾ ਪ੍ਰੋਗਰਾਮ ਸਾਰੇ ਪਾਸੇ ਫੈਲਣਾ ਆ, ਇੱਕ ਸਾਈਡ ਤੋਂ ਫੈਲਣਾ ਨਹੀਂ। ਸੋ ਜਿਹੜਾ ਸਾਡਾ ਸੈਂਟਰ ਆ, ਉਹਨੂੰ ਆਪਾਂ ਯਾਦ ਰੱਖਣਾ ਹੈ। ਹਾਲੇਲੂਇਆ। ਮਿਸਾਲ ਦੇ ਤੌਰ ਤੇ ਰਾਧਾ ਸਵਾਮੀਆਂ ਦਾ ਡੇਰਾ ਆ ਬਿਆਸ ਦੇ ਵਿੱਚ। ਮੁੱਖ ਡੇਰਾ ਕਿਹੜਾ ਭਲਾ? ਬਿਆਸ ਆ। ਬਾਕੀ ਪੂਰੇ ਸੰਸਾਰ ਵਿੱਚ ਉਹਨਾਂ ਦੇ ਡੇਰੇ ਹੋਣ, ਹਿੰਦੁਸਤਾਨ 'ਚ ਅਲੱਗ-ਅਲੱਗ ਥਾਵਾਂ ਤੇ, ਮੁੱਖ ਡੇਰਾ ਕਿਹੜਾ ਆ? ਬਿਆਸ ਆ। ਇੱਥੋਂ ਹੀ ਉਹਨਾਂ ਦਾ ਮੇਨ ਸਾਰਾ ਪ੍ਰੋਗਰਾਮ ਦਾ ਡਾਟਾ ਲਿਖਿਆ ਜਾਂਦਾ। ਹਾਲੇਲੂਇਆ। ਸੋ ਕਹਿਣ ਦਾ ਮਤਲਬ ਆ, ਮੇਰੇ ਕਹਿਣ ਦਾ ਮਤਲਬ ਕਿ ਸਾਡਾ ਜਿਹੜਾ ਸੈਂਟਰ ਕਿਹੜਾ ਆ? ਉਹ ਸਾਡਾ ਇੱਕ ਪਾਸੇ ਨੂੰ ਸੈਂਟਰ ਨਹੀਂਗਾ। ਸਾਡਾ ਸੈਂਟਰ ਬਿਲਕੁਲ ਖੁਦਾ ਨੇ ਸੈਂਟਰ ਦੇ ਵਿੱਚ ਰੱਖਿਆ ਹੈ। ਹਾਲੇਲੂਇਆ। ਤਾਂ ਕਿ ਉਹਦਾ ਪ੍ਰਚਾਰ ਸਾਰੇ ਪਾਸੇ ਬਰਾਬਰ ਜਾਵੇ, ਉਹਦਾ ਪਿਆਰ ਸਾਰੇ ਪਾਸੇ ਬਰਾਬਰ ਜਾਵੇ, ਉਹਦਾ ਉਪਦੇਸ਼ ਸਾਰੇ ਪਾਸੇ ਬਰਾਬਰ ਜਾਵੇ। ਕੋਈ ਵੀ ਇਹ ਦਾਵਾ ਨਾ ਕਰੇ ਕਿ ਯਿਸੂ ਸਾਡਾ ਜ਼ਿਆਦਾ ਆ। ਹਾਲੇਲੂਇਆ ਹਾਲੇਲੂਇਆ। ਇਸ ਲਈ ਯਿਸੂ ਸਾਰਿਆਂ ਦਾ ਕੀ ਆ? ਬਰਾਬਰ ਹੈ। ਹਾਲੇਲੂਇਆ। ਅੱਜ ਫਿਰ ਇਸਰਾਇਲ ਦੇ ਵਾਸਤੇ ਆਪਾਂ ਧਿਆਨ ਕਰਦੇ ਹਾਂ। ਮੱਤੀ ਦੀ ਇੰਜੀਲ 24 ਅਧਿਆਇ ਉਹਦੀ 32 ਤੇ 33 ਆਇਤ। ਪੰਜਵੀਂ ਜਿਹੜੀ ਸੀਗੀ ਭਵਿਸ਼ਵਾਣੀ। ਤੁਸੀਂ ਇਹਨਾਂ ਦਿਨਾਂ ਵਿੱਚ ਕੀ ਕਰਨਾ ਭਲਾ? ਕੀ ਚੇਤੇ ਰੱਖਣਾ ਆ? ਇੱਕ ਦੂਸਰੇ ਨਾਲ ਗੱਲਾਂ ਕਿਹੜੀਆਂ ਕਰਨੀਆਂ ਆ? ਉਠਾਏ ਜਾਣਾ ਆ। ਆਪਾਂ ਕੀ ਕਹਿੰਦੇ ਜਾਣਾ ਆ? ਆਪਾਂ ਕੀ ਹੋਣਾ ਆ? ਉਠਾਏ ਜਾਣਾ। ਜੇ ਕਿਸੇ ਨੂੰ ਪੁੱਛੇ ਉਹ ਉਠਾਏ ਜਾਣਾ ਕੀ ਆ ਵੀ, ਉਹਨਾਂ ਕੋਲ ਆਪਣੀ ਭਗਤੀ ਦਾ ਬੇਸ ਹੀ ਇਹ ਆ ਕਿ ਸਾਨੂੰ ਧਰਤੀ ਤੇ ਰੱਖ ਕੇ ਖੁਦਾ ਕੀ ਕਰ ਰਿਹਾ ਹੈ? ਸਵਰਗ ਲਈ ਤਿਆਰ ਕਰ ਰਿਹਾ। ਹਾਲੇਲੂਇਆ। ਤੇ ਸਵਰਗ ਤੋਂ ਪ੍ਰਭੂ ਕੀ ਹੋ ਰਿਹਾ ਆ? ਸਾਡੇ ਲਈ ਸਥਾਨ ਤਿਆਰ ਕਰਕੇ ਲੈਣ ਆ ਰਿਹਾ ਸਾਨੂੰ।
ਹਾਲੇਲੂਇਆ। ਸੋ ਇੱਥੇ ਅਸੀਂ ਧਰਤੀ ਤੇ ਪਰਦੇਸੀ ਤੇ ਮੁਸਾਫਰ ਹਾਂ। ਇਸ ਪ੍ਰਕਾਰ ਇੱਕ ਦੂਜੇ ਨਾਲ ਗੱਲਾਂ ਕਰ ਕਰਕੇ, ਕੋਈ ਅਨਪੜ੍ਹ ਵੀ ਹੈ ਇੱਕ ਦੂਜੇ ਨਾਲ ਗੱਲਾਂ ਕਰੋ। ਇੱਥੇ ਆਪਾਂ ਕਦੇ ਦੁਨੀਆਦਾਰੀ ਵਾਂਗੂ ਨਹੀਂ ਆ ਰਹੇ ਕਿ ਦੁਨੀਆ ਦੇ ਲੋਕ ਜਿੱਦਾਂ ਕਰਦੇ ਆ। ਹਾਲੇਲੂਇਆ। ਵੀ ਉਹਨਾਂ ਨੇ ਹੁੰਦਾ ਆਪਣਾ ਮਸਲੇ ਹੱਲ ਕਰਾਉਣੇ ਆ, ਚਾਹੇ ਡੇਰੇ ਤੋਂ ਕਰਾ ਲਓ, ਚਾਹੇ ਕਿਸੇ ਕਬਰ ਤੋਂ ਕਰਾ ਲਓ, ਚਾਹੇ ਕਿਸੇ ਜਗ੍ਹਾ ਤੋਂ ਕਰਾ ਲਓ। ਇਦਾਂ ਦਾ ਕੋਈ ਪ੍ਰੋਗਰਾਮ ਹੈ ਨਹੀਂਗਾ। ਸਾਡਾ ਮਸਲੇ ਹੱਲ ਕਰਾਉਣ ਵਾਲਾ ਪ੍ਰੋਗਰਾਮ ਕੋਈ ਵੀ ਨਹੀਂ। ਹਾਲੇਲੂਇਆ। ਮਸਲਿਆਂ ਤੋਂ ਪਾਰ ਉੱਠ ਕੇ ਸਾਡਾ ਪ੍ਰੋਗਰਾਮ ਹੈਗਾ। ਹਾਂਜੀ। ਫਿਰ ਹੰਜੀਰ ਦੇ ਬ੍ਰਿਸ਼ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਹਾਂਜੀ। ਜਦ ਉਹਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ, ਤਦ ਜਾਣ ਲੈਂਦੇ ਭਈ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰ੍ਹਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ। ਹਾਂ। ਹਾਲੇਲੂਇਆ। ਇਹਦੇ ਬਾਰੇ ਆਪਾਂ ਡਿਟੇਲ ਦੇ ਨਾਲ ਸਮਝ ਚੁੱਕੇ ਹਾਂ ਕਿ ਉਹ ਜਿਹੜਾ ਅੰਜੀਰ ਦਾ ਪੇੜ ਵਾਂਗੂ ਇੱਕ ਮਿਸਾਲ ਦੀ ਤੌਰ ਤੇ ਦੱਸਿਆ ਗਿਆ ਆ ਕਿ ਇਸਰਾਇਲ ਜਿਹੜਾ ਉਹਨੂੰ ਕਿੱਦਾਂ ਦਾ ਦਿਖਾਇਆ ਗਿਆ, ਅੰਜੀਰ ਦੇ ਪੇੜ ਵਾਂਗੂ, ਦਰਖਤ ਵਾਂਗੂ। ਤੇ ਅੰਜੀਰ ਦੇ ਦਰਖਤ ਨੂੰ ਕਹਿੰਦਾ ਜਦੋਂ ਹਰਾ ਹੁੰਦਾ ਦੇਖ ਲਓ ਤੇ ਸਮਝ ਲਓ ਪ੍ਰਭੂ ਦਾ ਆਉਣਾ ਕੀ ਆ, ਨੇੜੇ ਆ। ਤੇ ਉਹ 1948 ਦੇ ਵਿੱਚ ਉਹਨੇ ਹਰਾ ਹੋਣਾ ਕੀ ਹੋ ਗਿਆ ਭਲਾ, ਸ਼ੁਰੂ ਹੋ ਗਿਆ। ਸਾਰੇ ਇਜ਼ਰਾਈਲੀ ਜਿਹੜੇ ਆ, ਯਹੂਦੀ ਆ, ਉਹ ਹਰ ਪਾਸਿਓਂ ਆਪਣੇ ਕਾਰੋਬਾਰ ਨੂੰ ਸਮੇਟ ਕੇ ਕਿੱਥੇ ਪਹੁੰਚਦੇ ਜਾ ਰਹੇ ਆ, ਇਜ਼ਰਾਈਲ ਦੇ ਵਿੱਚ। ਹਾਲੇਲੂਇਆ। ਤੇ ਸਾਨੂੰ ਪ੍ਰਭੂ ਸਾਰੇ ਧਰਤੀ ਦੇ ਬੰਨਿਆਂ ਤੋਂ ਇਕੱਠਾ ਕਰਕੇ ਕਾਹਦੇ ਚ ਐਡ ਕਰਦਾ ਜਾ ਰਿਹਾ ਆ, ਕਲੀਸਿਆ ਵਿੱਚ। ਹਾਲੇਲੂਇਆ। ਹਾਲੇਲੂਇਆ। ਸੋ ਜਿਹੜੇ ਕਲੀਸਿਆ ਵਿੱਚ ਆ ਜਾਂਦੇ ਆ ਉਹਨਾਂ ਦੀ ਫਿਰ ਦਿਲਚਸਪੀ ਕਿਹਦੇ ਵਿੱਚ ਹੋ ਜਾਂਦੀ ਆ, ਖੁਦਾ ਦੇ ਵਚਨ ਦੇ ਵਿੱਚ। ਤੇ ਜਿਹੜੇ ਇਸਰਾਇਲ ਵਿੱਚ ਆ ਜਾਂਦੇ ਉਹਨਾਂ ਦੀ ਦਿਲਚਸਪੀ ਕਾਹਦੇ ਵਿੱਚ ਹੋ ਜਾਂਦੀ ਆ, ਇਜ਼ਰਾਇਲ ਨੂੰ ਵਸਾਉਣ ਦੇ ਵਿੱਚ, ਇਜ਼ਰਾਇਲ ਨੂੰ ਮਸੀਹਾ ਦੇ ਲਈ ਤਿਆਰ ਕਰਨ ਦੇ ਵਿੱਚ। ਹਾਲੇਲੂਇਆ। ਉੱਥੇ ਇਸਰਾਇਲੀਆਂ ਨੇ ਇਜ਼ਰਾਇਲ ਨੂੰ ਕੀ ਕਰਨਾ, ਇਸਰਾਇਲ ਦੇਸ਼ ਨੂੰ, ਇਸਰਾਇਲ ਭੂਮੀ ਨੂੰ ਯਿਸੂ ਦੀ ਆਮਦ ਲਈ ਕੀ ਕਰਨਾ ਆ, ਤਿਆਰ ਕਰਨਾ। ਅਸੀਂ ਆਪਣੇ ਆਪ ਨੂੰ ਕੀ ਕਰਨਾ ਹੈ, ਯਿਸੂ ਦੀ ਦੁਲਹਨ ਲਈ ਤਿਆਰ ਕਰਨਾ। ਹਾਲੇਲੂਇਆ। ਅਸੀਂ ਕਾਹਦੇ ਲਈ ਤਿਆਰ ਕਰਨਾ ਬਈ, ਯਿਸੂ ਮਸੀਹ ਦੀ ਦੁਲਹਨ ਲਈ ਆਪਣੇ ਆਪ ਨੂੰ ਕੀ ਕਰਨਾ ਆ, ਤਿਆਰ ਕਰਨਾ ਆ। ਹਾਲੇਲੂਇਆ। ਸੋ ਦੇਖ ਲਓ ਪ੍ਰਭੂ ਵਿੱਚ ਵਿਸ਼ਵਾਸ ਕਰਨ ਵਾਲੇ ਕਈ ਲੋਕ ਮੰਨਦੇ ਹਨ ਕਿ ਅੰਜੀਰ ਦਾ ਪੇੜ ਇਸਰਾਇਲ ਨੂੰ ਕਿਹਾ ਗਿਆ। ਜਿਹੜੇ ਵੀ ਵਿਸ਼ਵਾਸ ਕਰਦੇ, ਜਿਨ੍ਹਾਂ ਦੀ ਬੁੱਧੀ ਖੁੱਲੀ ਆ, ਜਿਨ੍ਹਾਂ ਦੀ ਸਮਝ ਨੂੰ ਖੁਦਾ ਨੇ ਖੋਲ ਦਿੱਤਾ ਆ, ਉਹ ਕੀ ਵਿਸ਼ਵਾਸ ਕਰਦੇ ਆ ਕਿ ਅੰਜੀਰ ਦਾ ਪੇੜ ਇਸਰਾਇਲ ਨੂੰ ਕਿਹਾ ਗਿਆ ਹੈ। ਜਦੋਂ ਇਸਰਾਇਲ ਆਜ਼ਾਦ ਹੋਇਆ, ਤਾਂ ਅੰਤ ਦੇ ਦਿਨ ਸਿਰ ਤੇ ਆ ਗਏ। ਪਹਿਲਾਂ ਅੰਤ ਆ ਰਿਹਾ ਸੀਗਾ, ਹੁਣ ਕਿੱਥੋਂ ਤੱਕ ਆ ਗਿਆ, ਸਿਰ ਤੇ ਆ ਗਿਆ। ਹਾਲੇਲੂਇਆ। ਇਹ ਪੱਕਾ ਹੈ ਕਿ ਪ੍ਰਭੂ ਦੀ ਵਾਪਸੀ ਦੀ ਭਵਿੱਖਬਾਣੀ ਪੂਰੀ ਹੋ ਚੁੱਕੀ ਹੈ। ਛੇਵੀਂ ਗੱਲ, ਧਰਤੀ ਦੇ ਕੋਨੇ-ਕੋਨੇ ਤੇ ਸੁਸਮਾਚਾਰ। ਪ੍ਰਭੂ ਨੇ ਕਿਹਾ ਸੀ ਸਮਾਚਾਰ ਕਿੱਥੋਂ ਤੱਕ ਪਹੁੰਚਾਇਆ ਜਾਊਗਾ, ਧਰਤੀ ਦੇ ਕੋਨੇ ਤੱਕ। ਮੱਤੀ ਦੀ ਇੰਜੀਲ 24 ਦੇ 32 ਤੋਂ 35 ਆਇਤ। ਫਿਰ ਹੰਜੀਰ ਦੇ ਬ੍ਰਿਸ਼ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਹਾਂਜੀ। ਜਦ ਉਹਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ, ਤਦ ਜਾਣ ਲੈਂਦੇ ਭਈ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰ੍ਹਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੀਕਰ ਇਹ ਸਭ ਗੱਲਾਂ ਨਾ ਹੋ ਲੈਣ, ਇਹ ਪੀੜ੍ਹੀ ਬੀਤ ਨਾ ਜਾਵੇਗੀ। ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਵਚਨ ਕਦੇ ਨਾ ਟਲਣਗੇ। ਸੋ ਆਕਾਸ਼ ਤੇ ਧਰਤੀ ਟਲ ਜਾਊਗਾ ਪਰ ਪ੍ਰਭੂ ਦੇ ਵਚਨ ਕਦੀ ਵੀ ਟਲੂਗਾ ਨਹੀਂ। ਠੀਕ ਹੈ। ਔਰ ਮਰਕਸ 16 ਉਹਦੀ 15 ਆਇਤ। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਖੁਸ਼ਖਬਰੀ 4 ਸਾਲ ਲਈ ਰਾਜ ਕਰਨ ਲਈ ਵੀ ਸਾਰੀ ਧਰਤੀ ਤੇ ਪ੍ਰਚਾਰ ਕੀਤਾ ਜਾਣਾ।
ਹੁਣ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਰਸੂਲਾਂ ਦੇ ਦੁਆਰਾ ਕੀਤਾ ਜਾ ਰਿਹਾ ਹੈ। ਕਿਹਦੇ ਦੁਆਰਾ ਬਈ? ਰਸੂਲਾਂ ਦੇ ਦੁਆਰਾ। ਉਸ ਟਾਈਮ ਕਿਹਨਾਂ ਦੇ ਦੁਆਰਾ ਕੀਤਾ ਜਾਣਾ ਹੈ? ਇਸਰਾਏਲੀਆਂ ਦੇ ਦੁਆਰਾ। ਕਾਹਦੇ ਦੁਆਰਾ ਬਈ? ਹੁਣ ਕਿਹਨਾਂ ਦੇ ਦੁਆਰਾ ਆ? ਜਦੋਂ ਆਪਾਂ ਦੁਲਹਨ ਲਈ ਤਿਆਰ ਹੋ ਰਹੇ ਹਾਂ, ਜਿਨ੍ਹਾਂ ਨੇ ਉਠਾਏ ਜਾਣਾ, ਪਹਿਲਾਂ ਉਠਾਇਆ ਜਾਣਾ ਹੈ, ਫਿਰ ਯਿਸੂ ਮਸੀਹ ਨੇ ਧਰਤੀ ਤੇ ਸ਼ਰੇਆਮ ਆਉਣਾ। ਹਾਲੇਲੂਇਆ। ਤੇ ਹੁਣ ਕਿਹਨਾਂ ਲਈ ਆ? ਹੁਣ ਦੁਲਹਨ ਲਈ ਆ। ਪ੍ਰਚਾਰ ਕੌਣ ਕਰ ਰਹੇ ਆ? ਗੈਰ ਕੌਮ ਚੋਂ ਲਏ ਗਏ ਚੇਲੇ। ਹਾਲੇਲੂਇਆ। ਉਹ ਧਰਤੀ ਦੇ ਬੰਨੇ ਤੱਕ ਪ੍ਰਚਾਰ ਕਰ ਰਹੇ ਆ, ਪਹੁੰਚ ਵੀ ਗਿਆ ਆ ਪ੍ਰਚਾਰ। ਹਾਲੇਲੂਇਆ। ਤੇ ਇੱਕ ਟਾਈਮ ਤੇ ਕੀ ਹੋਣਾ ਆ? ਜਦੋਂ ਇਸ ਜਗ੍ਹਾ ਤੇ ਦੁਲਹਨ ਚੱਕ ਲਈ ਜਾਣੀ ਆ, ਕਲੀਸਿਆ ਜਿਹੜੇ ਸੱਚੇ ਲੋਕ ਆ, ਸੱਚੇ ਮਨੋਂ ਯਿਸੂ ਮਸੀਹ ਕੋਲ ਆਉਂਦੇ ਆ ਬਿਨਾਂ ਖੁਆਇਸ਼ਾਂ ਤੋਂ, ਉਹ ਉਠਾ ਲਏ ਜਾਣੇ ਆ। ਧਰਤੀ ਤੇ ਕਲੇਸ਼ ਕਾਲ ਸ਼ੁਰੂ ਹੋ ਜਾਣਾ ਤੇ ਉਹਦੇ ਦਰਮਿਆਨ 3.5 ਸਾਲ ਕਲੇਸ਼ ਹੋਣਾ ਤੇ 3.5 ਸਾਲ ਅਗਲੇ ਮਹਾ ਕਲੇਸ਼ ਹੋਣਾ। ਤੇ ਜਦੋਂ 3.5 ਸਾਲ ਮਹਾ ਕਲੇਸ਼ ਸ਼ੁਰੂ ਹੋਣਾ ਆ, ਉਹਦੇ ਦਰਮਿਆਨ ਕੀ ਹੋਣਾ ਆ? ਇਸਰਾਏਲੀਆਂ ਦੀ ਅੱਖ ਖੁੱਲ ਜਾਣੀ। ਕੀ ਹੋਣਾ ਬਈ? ਇਸਰਾਇਲ ਦੀ ਅੱਖ ਖੁੱਲ ਜਾਣੀ, ਯਹੂਦੀਆਂ ਦੀ। ਉਹਨਾਂ ਨੇ ਪਹਿਚਾਨ ਲੈਣਾ ਕਿ ਜਿਹੜਾ ਦਾਵਾ ਕਰਦਾ ਸੀ ਨਾ ਮੈਂ ਮਸੀਹ ਹਾਂ, ਅਸਲ ਵਿੱਚ ਇਹ ਮਸੀਹ ਨਹੀਂ। ਉਹ ਕੋਈ ਯਿਸੂ ਮਸੀਹ ਦਾ ਪ੍ਰਚਾਰ ਕਰਨਗੇ ਤੇ ਯਿਸੂ ਨੂੰ ਕਬੂਲ ਕਰਨਗੇ ਤੇ ਦੁਨੀਆ ਦੇ ਬੰਨੇ ਤੱਕ ਉਹ ਜਾਣਗੇ। ਉਹਦੇ ਦਰਮਿਆਨ ਜਿਹੜੇ ਲੋਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਪੁੱਛਗਿੱਛ ਕਰਨਗੇ, ਉਹਨਾਂ ਦੀ ਖੈਰ ਖਬਰ ਮੰਗਣਗੇ, ਉਹਨਾਂ ਨੂੰ ਖਾਣ ਨੂੰ ਪਹਿਨਣ ਨੂੰ ਦੇਣਗੇ, ਉਹ ਲੋਕ ਜਿਹੜੇ ਆ ਉਹ ਉਸ ਟਾਈਮ ਤੇ ਕੀ ਕੀਤੇ ਜਾਣਗੇ? ਬਚਾ ਲਏ ਜਾਣਗੇ। ਜਦੋਂ ਯਿਸੂ ਮਸੀਹ ਨੇ ਆਉਣਾ ਆ ਤੇ ਉਹ ਜਿਹੜੇ ਵਿਰੋਧੀ ਆ ਉਹ ਨਾਸ਼ ਕਰ ਦਿੱਤੇ ਜਾਣੇ ਆ। ਪਰ ਉਹ ਲੋਕਾਂ ਦਾ ਉਸ ਟਾਈਮ ਬਚਾਅ ਹੋ ਜਾਣਾ ਜਿਨ੍ਹਾਂ ਨੇ ਉਸ ਟਾਈਮ ਇਸਰਾਏਲੀਆਂ ਦੀ ਮਦਦ ਕੀਤੀ ਹੋਊਗੀ। ਉਹਨਾਂ ਨੂੰ ਕਿੱਥੇ ਪ੍ਰਵੇਸ਼ ਕਰਨ ਦਾ ਜੀਂਦਿਆਂ ਨੂੰ ਮੌਕਾ ਮਿਲ ਜਾਊਗਾ? 1000 ਸਾਲ ਰਾਜ ਇਸੇ ਧਰਤੀ ਤੋਂ ਉਸ ਲੋਕਾਂ ਨੂੰ ਜਿਨ੍ਹਾਂ ਨੇ ਕਿਹਨਾਂ ਦੀ ਮਦਦ ਕਰਨੀ? ਭਲਾ ਇਸਰਾਏਲੀਆਂ ਦੀ, ਪ੍ਰਚਾਰਕਾਂ ਦੀ। ਉਹਨਾਂ ਨੂੰ ਕਿੱਥੇ ਮੌਕਾ ਮਿਲ ਜਾਊਗਾ? ਇਸੇ ਧਰਤੀ ਤੇ 1000 ਸਾਲ ਰਾਜ ਵਿੱਚ ਜਿਉਂਦਿਆਂ ਨੂੰ ਵੜਨ ਦਾ ਮੌਕਾ ਮਿਲ ਜਾਊਗਾ। ਜਿੱਦਾਂ ਸਾਨੂੰ ਜਿਉਂਦਿਆਂ ਉਠਾਏ ਜਾਣ ਦਾ ਮੌਕਾ ਮਿਲਣਾ ਨਾ, ਇਦਾਂ ਉਹਨਾਂ ਨੂੰ ਕੀ ਮਿਲਣਾ ਹੈ? ਗੱਲਾਂ ਧਿਆਨ ਨਾਲ ਸਮਝ ਲਓ। ਉਹਨਾਂ ਨੂੰ ਮਿਲਣਾ ਸਿਰਫ ਔਰ ਸਿਰਫ ਇਸ ਧਰਤੀ ਦੇ ਕਰੋੜਾਂ ਕਰੋੜ ਲੋਕਾਂ ਵਿੱਚ ਸਿਰਫ ਔਰ ਸਿਰਫ 1000 ਸਾਲ ਦੇ ਵਿੱਚ ਪ੍ਰਵੇਸ਼ ਕਰਨ ਲਈ, ਜਿਹਨਾਂ ਜੀਂਦੇ ਤੌਰ ਤੇ ਪ੍ਰਵੇਸ਼ ਕਰਨਾ ਆ। ਉਹ ਕਿਹਨਾਂ ਨੂੰ ਮੌਕਾ ਮਿਲਣਾ ਆ? ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਯਹੂਦੀ ਪ੍ਰਚਾਰਕ ਜਦੋਂ ਉੱਠਣੇ ਆ ਤੇ ਧਰਤੀ ਦੇ ਬੰਨੇ ਤੱਕ ਜਾਣਾ, ਜਿਨ੍ਹਾਂ ਨੇ ਉਹਨਾਂ ਦੀ ਸਪੋਰਟ ਕਰਨੀ ਹੈ। ਬਾਕੀ ਸਾਰੇ ਕੀ ਹੋਣੇ? ਯਿਸੂ ਦੀ ਆਮਦ ਦੇ ਨਾਲ ਹੀ ਨਾਸ਼ ਕਰ ਦਿੱਤੇ ਜਾਣੇ। ਪੱਲੇ ਪਈ ਪਹਿਲੀ ਵੀ ਗਈ। ਹਾਲੇਲੂਇਆ। ਸੋ ਉਹ ਜਿਹੜੇ 1000 ਸਾਲ ਦੇ ਵਿੱਚ ਰਾਜ ਵਿੱਚ ਪ੍ਰਵੇਸ਼ ਕਰਨੇ ਆ, ਉਹਨਾਂ ਦੇ ਉੱਤੇ ਦੁਲਹਨ ਨੇ ਆ ਕੇ, ਕਲੀਸਿਆ ਨੇ ਆ ਕੇ ਯਿਸੂ ਮਸੀਹ ਦੇ ਨਾਲ ਰਾਜ ਕਰਨਾ ਆ। ਹਾਲੇਲੂਇਆ। 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 ਸੋ 12 ਰਸੂਲ ਜਿਹੜੇ ਆ ਉਹ ਇਸਰਾਇਲ ਤੇ ਰਾਜ ਕਰਨਗੇ, ਔਰ ਜਿਹੜੇ ਧਰਤੀ ਦੇ ਵਿੱਚੋਂ ਲੈ ਗਏ ਆ, ਜਿੱਦਾਂ ਅਸੀਂ ਹਿੰਦੁਸਤਾਨ ਦੇ ਆ ਜਾਂ ਵੱਖਰੇ ਜਿਹੜੇ ਵੱਖਰੀਆਂ ਥਾਵਾਂ ਤੋਂ ਲੈ ਗਏ ਹੋਣਗੇ, ਉਹਨਾਂ ਨੇ ਸੰਸਾਰ ਦੇ ਵੱਖਰੀਆਂ ਵੱਖਰੀਆਂ ਥਾਵਾਂ ਤੇ ਕਰਨਾ। ਪਰ ਮੇਨ ਜਿਹੜਾ ਇਜ਼ਰਾਈਲ ਆ ਉਹਦੇ ਤੇ ਰਾਜ ਕਿਹਨੇ ਕਰਨਾ ਆ? 12 ਇਸਰਾਏਲੀਆਂ ਨੇ, ਰਸੂਲਾਂ ਨੇ। ਹਾਲੇਲੂਇਆ। ਹਾਲੇਲੂਇਆ। ਉਹ 12 ਰਸੂਲਾਂ ਨੇ ਜਿਹੜਾ ਉਸ ਜਗ੍ਹਾ ਤੇ ਰਾਜ ਕਰਨਾ ਆ ਇਸਰਾਏਲੀਆਂ ਦੇ ਮੁਖੀਆਂ ਦੇ ਰੂਪ ਦੇ ਵਿੱਚ। ਕਿਹਦੇ ਰੂਪ ਵਿੱਚ? ਯਹੂਦੀਆਂ ਦੇ ਮੁਖੀਏ, ਜਿਵੇਂ 12 ਗੋਤਰ, ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਉੱਥੇ ਕੀ ਕਰਨਾ ਆ? ਰਾਜ ਕਰਨਾ। ਹਾਲੇਲੂਇਆ। ਹਾਲੇਲੂਇਆ। ਇਹ ਚੀਜ਼ਾਂ ਨੂੰ ਆਪਾਂ ਗਾਂਹ ਜਾ ਕੇ ਕੀ ਵਿਸਥਾਰ ਨਾਲ ਦੇਖਾਂਗੇ। ਉਹ ਰਾਜ ਕਿੱਦਾਂ ਦਾ ਆ, ਉਹਦੇ ਚ ਕੀ ਕੁਝ ਹੋਣਾ ਆ, ਕੀ ਸਿਸਟਮ ਉੱਥੇ ਦਾ ਹੋਣਾ, ਕੀ ਕਾਨੂੰਨ ਵਿਧੀਆਂ ਹੋਣੀਆਂ ਆ। ਕਿਉਂਕਿ ਯਿਸੂ ਮਸੀਹ ਮੇਨ ਰਾਜਾ ਹੋਣਾ ਹੈ, ਜਿਹੜਾ ਰਾਜਿਆਂ ਦਾ ਰਾਜਾ, ਔਰ ਉਹਦੇ ਥੱਲੇ ਕੌਣ ਹੋਣੇ ਆ? ਰਾਜੇ। ਉਧਰੋਂ 12 ਰਸੂਲ ਤੇ ਉਧਰੋਂ ਅਸੀਂ ਲੋਕ। ਹਾਲੇਲੂਇਆ। ਹਾਲੇਲੂਇਆ। ਹੁਣ ਆਪਾਂ ਇੱਕ ਹੋਰ ਗੱਲ ਨੂੰ ਦੇਖਦੇ ਹਾਂ, 7ਵੀਂ ਗੱਲ ਨੂੰ। ਉਹ ਹੈਗੀ ਆ ਅਸੀਂ ਕਿਵੇਂ ਤਿਆਰ ਹੋਈਏ। ਭਵਿੱਖਬਾਣੀਆਂ ਤੋਂ ਇਲਾਵਾ 6 ਭਵਿੱਖਬਾਣੀਆਂ ਹੋ ਚੁੱਕੀਆਂ। ਹੁਣ ਸਾਡੇ ਲਈ ਸਵਾਲ ਹੋ ਗਿਆ, ਅਸੀਂ ਕਿਵੇਂ ਤਿਆਰ ਹੋਈਏ। ਬੋਲੋ ਬੋਲੋ। ਨਹੀਂ ਬੋਲੋ ਬੋਲੋ, ਏਕਤਾ ਦੇ ਨਾਲ ਬੋਲੋ। ਗੱਲ ਸਮਝ ਆਈ? ਅਸੀਂ ਹੁਣ ਕੌਣ ਕੌਣ ਇਹਦੇ ਵਿੱਚ? ਆਪਾਂ ਸਾਰੇ। ਹੁਣ ਸਾਡਾ ਸਵਾਲ ਹੈ, ਠੀਕ ਹੈ ਜੀ ਅਸੀਂ ਮੰਨ ਗਏ, ਤੁਹਾਡਾ ਕਹਿਣ ਨਹੀਂ ਹੋ ਸਕਦਾ, ਠੀਕ ਹੈ ਅਸੀਂ ਮੰਨ ਗਏ ਜਿਹੜੀਆਂ 6 ਭਵਿੱਖਬਾਣੀਆਂ ਤੁਸੀਂ ਦੱਸੀਆਂ ਵੀ ਵਾਕਿਆ ਸਾਰਾ ਕੁਝ ਦਿਸਦਾ, ਸਾਰੇ ਨਿਸ਼ਾਨ ਪੂਰੇ ਹੋ ਗਏ ਆ, ਤੇ ਹੁਣ ਸਾਡੇ ਲਈ ਕੀ ਆ ਗਿਆ? ਅਸੀਂ ਕਿੱਦਾਂ ਹੁਣ ਇਹ ਜਿਹੜਾ ਉਠਾਏ ਜਾਣਾ ਆ ਉਹਦੇ ਲਈ ਤਿਆਰ ਹੋਈਏ।
ਸੋ ਜੇ ਇਹਦਾ ਮਤਲਬ ਹੈ ਹੁਣ ਤੁਸੀਂ ਕਹਿੰਦੇ ਅਸੀਂ ਕਿੱਦਾਂ ਤਿਆਰ ਹੋਏ, ਜੇ ਮੈਂ ਤੁਹਾਨੂੰ ਦੱਸ ਦੇ ਤੁਸੀਂ ਇਦਾਂ ਤਿਆਰ ਹੋਵੋਗੇ ਤੇ ਹੋ ਜਾਓਗੇ। ਕੌਣ ਕੌਣ ਤਿਆਰ ਹੈ ਉਦਾਂ ਤਿਆਰ ਹੋਣਾ? ਹਾਲੇਲੂਇਆ ਹਾਲੇਲੂਇਆ। ਚਲੋ ਠੀਕ ਹੈ। यूहन्ना दी इंजील 16 अध्याय ਉਹਦੀ 12 ਤੋਂ 13 ਆਇਤ। यूहन्ना ਦੀ इंजील ਅਸੀਂ ਕਿੱਦਾਂ ਤਿਆਰ ਹੋਏ? यूहन्ना ਦੀ इंजील 16 अध्याय ਉਹਦੀ 12 ਤੋਂ 13 ਆਇਤ। ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ, ਪਰ ਹੁਣੇ ਤੁਸੀਂ ਸਹਾਰ ਨਹੀਂ ਸਕਦੇ। ਅਜੇ ਮੈਂ ਬਹੁਤੀਆਂ ਗੱਲਾਂ ਕਰਨੀਆਂ ਆ। ਚੇਲਿਆਂ ਦੇ ਜ਼ਮਾਨੇ ਵਿੱਚ ਯਿਸੂ ਮਸੀਹ ਕਹਿ ਰਹੇ ਆ, ਜਦੋਂ ਯਿਸੂ ਮਸੀਹ ਅਜੇ ਸਲੀਬ ਦਿੱਤੇ ਨਹੀਂ ਗਏ ਸੀਗੇ, ਆਪਣੀ ਸੇਵਾ ਦੇ ਵਿੱਚ ਸੀਗੇ, ਤੇ ਚੇਲਿਆਂ ਦੇ ਨਾਲ ਗੱਲ ਕਰ ਰਹੇ ਸੀਗੇ ਕਿ ਅਜੇ ਮੈਂ ਤੁਹਾਡੇ ਨਾਲ ਬਹੁਤ ਗੱਲਾਂ ਕਰਨੀਆਂ ਸੀਗੀਆਂ, ਪਰ ਤੁਸੀਂ ਉਹਨੂੰ ਸਹਾਰ ਨਹੀਂ ਸਕਦੇ। ਹਾਂ, ਪਰ ਜਦ ਉਹ ਅਰਥਾਤ ਸਚਾਈ ਦਾ ਆਤਮਾ ਆਵੇ, ਤਦ ਉਹ ਸਾਰੀ ਸਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ, ਕਿਉਂ ਜੋ ਉਹ ਆਪਣੀ ਵੱਲੋਂ ਨਾ ਕਹੇਗਾ, ਪਰ ਜੋ ਕੁਝ ਸੁਣੇਗਾ ਸੋਈ ਆਖੇਗਾ, ਅਤੇ ਉਹ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ। ਹੋਣ ਵਾਲੀਆਂ ਗੱਲਾਂ ਕੀ ਕਰੂਗਾ? ਤੁਹਾਨੂੰ ਦੱਸੇਗਾ। ਇੱਕ ਦਾਸ ਦੱਸ ਰਹੇ ਆ, ਇੱਕ ਕਿਹਨੇ ਦੱਸਣਾ ਆ? ਪਵਿੱਤਰ ਆਤਮਾ ਨੇ ਨਿੱਜੀ ਤੌਰ ਤੇ ਤੁਹਾਨੂੰ, ਜੇਕਰ ਤੁਸੀਂ ਪੁੱਛਣ ਦੀ ਕੋਸ਼ਿਸ਼ ਕਰੋਗੇ ਤਾਂ। ਹਾਲੇਲੂਇਆ। ਖੁਦਾ ਨੇ ਦੋ ਜਗ੍ਹਾ ਰੱਖੀਆਂ ਹੋਈਆਂ ਹੈ। ਜੇਕਰ ਤੁਸੀਂ ਪਵਿੱਤਰ ਆਤਮਾ ਤੋਂ ਪੁੱਛਣ ਦੇ ਵਿੱਚ ਘੋਲੋ ਕਰਦੇ ਆ ਤੇ ਖੁਦਾ ਤੁਹਾਨੂੰ ਕਲੀਸਿਆ ਵਿੱਚ ਸੱਦ ਕੇ, ਬੰਦਗੀ ਚ ਸੱਦ ਕੇ ਦਾਸ ਦੁਆਰਾ ਦੱਸੂਗਾ। ਹਾਲੇਲੂਇਆ। ਦਾਸ ਦੁਆਰਾ ਕਦੋਂ? ਕਿਉਂਕਿ ਦਾਸ ਨੂੰ ਵੀ ਕਿਹਨੇ ਦੱਸਣਾ? ਪਵਿੱਤਰ ਆਤਮਾ। ਦਾਸ ਪਵਿੱਤਰ ਆਤਮਾ ਕੋ ਪੁੱਛ ਰਹੇ ਆ ਕਿ ਫਿਰ ਦਾਸ ਨੂੰ ਮੌਕਾ ਮਿਲ ਜਾਣਾ ਉਹਨੂੰ ਦੱਸਣ ਦਾ। ਤੁਸੀਂ ਵੀ ਪੁੱਛੋਗੇ ਤੇ ਤੁਹਾਨੂੰ ਵੀ ਪਵਿੱਤਰ ਆਤਮਾ ਕੀ ਕਰੂਗਾ? ਦੱਸੂਗਾ। ਅਸੀਂ ਕੀ ਕਰੀਏ? ਸਾਡਾ ਸਵਾਲ ਕੀ ਆ? ਅਸੀਂ ਫਿਰ ਕੀ ਕਰੀਏ? ਤੇ ਬਚਨ ਦਾ ਜਵਾਬ ਕੀ ਆ? ਪਵਿੱਤਰ ਆਤਮਾ ਤੋਂ ਕੀ ਕਰੋ? ਪੁੱਛੋ। ਤੇ ਅੱਛਾ, ਪਵਿੱਤਰ ਆਤਮਾ ਨੂੰ ਪੁੱਛੋਗੇ ਤੇ ਪਵਿੱਤਰ ਆਤਮਾ ਦੇ ਨਾਲ ਆਪਣਾ ਰਿਲੇਸ਼ਨ ਕਿੱਦਾਂ ਦਾ ਬਣਾਉਣਾ ਪਊਗਾ? ਸੈੱਟ ਕਰਨਾ, ਸੰਬੰਧ ਕੀ ਕਰਨਾ ਪਊਗਾ? ਬਾਪੂ ਦੇ ਨਾਲ ਵਿਗੜੇ ਹੋਈਏ ਤੇ ਬਾਪੂ ਨੂੰ ਕੋਈ ਗੱਲ ਪੁੱਛਣਾ ਚਾਹੀਏ ਤੇ ਉਹਦਾ ਮੂਡ ਬਣ ਜਾਊਗਾ ਗੱਲ ਦੱਸਣ ਦਾ। ਉਹਨੇ ਕਹਿਣਾ ਭੌਂਦੂਗਾ ਜਾਂ ਮੇਰੀਆਂ ਨਜ਼ਰਾਂ ਤੋਂ ਦੂਰ ਹੋਇਆ। ਹਾਲੇਲੂਇਆ। ਨਾ ਤੂੰ ਮੇਰੀ ਮੰਨਦਾ, ਨਾ ਮੇਰੀ ਸੁਣਦਾ। ਠੀਕ ਹੈ, ਸਾਰਾ ਕੰਮ ਤੂੰ ਮੇਰੇ ਉਲਟ ਪੁਲਟ ਕਰਦਾ ਆ। ਉੱਤੋਂ ਆ ਕੇ ਮੇਰੇ ਤੋਂ ਸਲਾਹ ਮੰਗਦਾ। ਹਾਲੇਲੂਇਆ। ਇਹ ਪਵਿੱਤਰ ਆਤਮਾ। ਪਵਿੱਤਰ ਆਤਮਾ ਕੀ ਕਰੂਗਾ? ਅਗਵਾਈ ਦੇ ਵਿੱਚ ਚੱਲੋ। ਅਗਵਾਈ ਕੀ ਆ? ਪ੍ਰਭੂ ਸਾਡੀ ਅਗਵਾਈ ਕਿੱਦਾਂ ਕਰਦਾ? ਮੈਨੂੰ ਮਾੜਾ ਦੱਸੋ ਯਾਰ। ਪ੍ਰਭੂ ਸਾਡੀ ਅਗਵਾਈ ਕਿੱਦਾਂ ਕਰਦਾ? ਬੋਲੋ। ਬਹੁਤ ਠੰਡੇ ਯਾਰ ਬੰਦੇ। ਪ੍ਰਭੂ ਸਾਡੀ ਅਗਵਾਈ ਦਾਸਾਂ ਦੇ ਦੁਆਰਾ ਕਰਦਾ। ਹਾਲੇਲੂਇਆ। ਜਿੱਦਾਂ ਮਤਲਬ ਦਾਸਾਂ ਦੇ ਦੁਆਰਾ ਅਗਵਾਈ ਕਰਦਾ ਹੈ, ਤੇ ਜਿੱਦਾਂ ਦਾਸ ਕਹਿੰਦੇ ਉਦਾਂ ਕੀ ਕਰਨਾ ਪੈਣਾ ਆ? ਚੱਲਣਾ ਪੈਣਾ ਆ। ਤੇ ਜੇ ਉਦਾਂ ਚੱਲ ਪਏ ਤਾਂ ਸਮਝ ਲਓ ਕਿਹਦੀ ਅਗਵਾਈ 'ਚ ਚੱਲੇ ਆ? ਪਵਿੱਤਰ ਆਤਮਾ ਦੀ। ਹਾਲੇਲੂਇਆ। ਕਿਉਂਕਿ ਮੂਸਾ ਦੀ ਗੱਲ ਜਿਹੜਾ ਨਹੀਂ ਸੀ ਮੰਨਦਾ, ਕੀ ਕਰ ਦਿੱਤਾ ਜਾਂਦਾ ਸੀ? ਛੇਕ ਦਿੱਤਾ ਜਾਂਦਾ ਹੈ। ਹਾਲੇਲੂਇਆ। ਇਦਾਂ ਹੀ ਸੀਗਾ ਨਾ। ਉਹਦੇ ਲਈ ਜ਼ਮੀਨ ਫੜਦੀ ਸੀ, ਉਹਨੂੰ ਸੱਪ ਡੰਗਦੇ ਸੀ। ਸੋ ਉਹੀ ਹੁਣ ਕਲੀਸਿਆ ਦੇ ਵਿੱਚ ਵੀ ਕਾਨੂੰਨ ਲਾਗੂ ਆ ਨਾ। ਹਾਲੇਲੂਇਆ। ਉੱਥੇ ਸਰੀਰਕ ਤੌਰ ਤੇ ਉਹ ਕੰਮ ਹੁੰਦਾ ਸੀ। ਸਾਡੇ ਲਈ ਵੀ ਤਾਂ ਜ਼ਮੀਨ ਫਟਣ ਹੀ ਰਹੀ ਆ। ਅਸੀਂ ਵੀ ਤਾਂ ਲੱਕੇ ਤੁੱਕੇ ਸਮੇਤ ਜ਼ਮੀਨ ਦੇ ਵਿੱਚ ਗਰਕਦੇ ਜਾ ਰਹੇ ਆ। ਕਿਉਂਕਿ ਸਾਡੇ ਕੋਲ ਜਦੋਂ ਆਤਮਾ ਦਾ ਕੋਈ ਫਲ ਹੀ ਹੈ ਨਹੀਂ, ਕੁਝ ਵੀ ਹੈ ਨਹੀਂਗਾ, ਕਿ ਉਹ ਲੋਕ ਕਿੱਧਰ ਨੂੰ ਜਾਣਗੇ? ਸਿੱਧੇ ਅਧੋਲੋਕ ਦੇ ਵਿੱਚ ਜਾਣਗੇ। ਹਾਲੇਲੂਇਆ। ਇਸ ਲਈ ਜਿੱਥੇ ਵੀ ਮੂਸਾ ਦਾ ਵਿਰੋਧ ਹੈ, ਜੇ ਭੈਣ ਨੇ ਵਿਰੋਧ ਕੀਤਾ ਉਹਨੂੰ ਕੋੜ ਹੋਇਆ ਕਿ ਨਹੀਂ? ਤੇ ਜੇ ਕੋਰ ਉਹਨਾਂ ਨੇ ਵਿਰੋਧ ਕੀਤਾ ਤੇ ਉਹਨਾਂ ਲਈ ਜ਼ਮੀਨ ਕੀ ਹੋ ਗਈ? ਹਟ ਗਈ। ਫਿਰ ਇੱਕ ਜਗ੍ਹਾ ਤੇ ਸੱਪਾਂ ਨੇ ਕੀ ਕਰਨਾ ਸ਼ੁਰੂ ਕਰਤਾ? ਉਹਨਾਂ ਨੂੰ ਡੰਗਣਾ ਸ਼ੁਰੂ ਕਰ ਦਿੱਤਾ। ਇਸ ਲਈ ਸਾਨੂੰ ਜਦੋਂ ਬਚਨ ਖੁਦਾ ਦਾਸ ਨੂੰ ਦਿੰਦਾ ਹੈ, ਤੇ ਬਚਨ ਖੁਦਾ ਦਾ ਦਾਸ ਇੱਕ ਆਗਿਆ ਦੇ ਰੂਪ ਦੇ ਵਿੱਚ ਸਾਨੂੰ ਉਹ ਸੌਂਪ ਦਿੰਦਾ, ਦੇ ਦਿੰਦਾ ਆ ਵੀ ਆਹ ਆ ਖੁਦਾ ਦੀ ਆਗਿਆ। ਤੇ ਜਦੋਂ ਅਸੀਂ ਉਹਦੇ ਅਨੁਸਾਰ ਚੱਲਦੇ ਹਾਂ ਤੇ ਸਮਝ ਲਓ ਕਿਹਦੇ ਅਨੁਸਾਰ ਚੱਲਦੇ ਹਾਂ? ਪਵਿੱਤਰ ਆਤਮਾ ਦੇ। ਤੇ ਜਦੋਂ ਪਵਿੱਤਰ ਆਤਮਾ ਦੇ ਅਨੁਸਾਰ ਚੱਲੋਗੇ ਤੇ ਪਵਿੱਤਰ ਆਤਮਾ ਦੇ ਨਾਲ ਗੱਲ ਕਰੋਗੇ ਤੇ ਤੁਹਾਨੂੰ ਕੀ ਕਰੂਗਾ? ਦੱਸੂਗਾ। ਹਾਲੇਲੂਇਆ। ਹਾਲੇਲੂਇਆ। ਸੋ ਚੰਗੇ ਰਹੋਗੇ ਜੇ ਇਹਨਾਂ ਦਿਨਾਂ ਵਿੱਚ ਇਸ ਅਨੁਭਵ ਨੂੰ ਪਾ ਲਓਗੇ ਤਾਂ। ਹਾਲੇਲੂਇਆ। ਪਵਿੱਤਰ ਆਤਮਾ ਆਪ ਹੀ ਤੁਹਾਨੂੰ ਦੱਸੇ ਸਾਡੀਆਂ ਜ਼ਿੰਮੇਵਾਰੀਆਂ ਵਿੱਚ ਅਸੀਂ ਕਿੱਥੋਂ ਢਿੱਲੇ ਆ, ਕਿੰਨੀ ਕੁ ਅਸੀਂ ਪੂਰੀ ਕਰ ਰਹੇ ਹਾਂ। ਹਾਲੇਲੂਇਆ।
ਸੋ ਅਸੀਂ ਕਰੀਏ ਕੀ ਕਰੀਏ ਹੁਣ ਜਦੋਂ ਅੰਤ ਦੇ ਦਿਨ ਆ ਸਾਨੂੰ ਸਾਰੀ ਸਮਝ ਆ ਗਈ 6 ਭਵਿੱਖਬਾਣੀਆਂ ਵੀ ਯਿਸੂ ਮਸੀਹ ਦੇ ਦੁਆਰਾ ਕਹੀਆਂ ਗਈਆਂ ਇਹ ਪੂਰਾ ਅੰਤ ਨੂੰ ਦਿਖਾ ਰਹੀਆਂ ਆ ਕਿਸੇ ਟਾਈਮ ਵੀ ਆਮਦ ਹੋ ਸਕਦੀ। ਹਾਲੇਲੂਇਆ। ਤੇ ਫਿਰ ਅਸੀਂ ਹੁਣ ਕੀ ਕਰੀਏ ਸਾਡੇ ਕੋਲ ਟਾਈਮ ਥੋੜਾ ਸਾਡੀਆਂ ਬਦੀਆਂ ਜ਼ਿਆਦੀਆਂ ਸਾਡੀਆਂ ਕਮਜ਼ੋਰੀਆਂ ਜ਼ਿਆਦੀਆਂ ਸਾਡੇ 'ਚ ਵੈਰ ਜਲਨ ਈਰਖਾ ਝਗੜੇ ਬਦਮਸਤੀਆਂ ਵੈਰ ਵਿਰੋਧ ਕ੍ਰੋਧ ਜਲਨ ਫੁੱਟਾਂ ਖਾਰ ਨਸ਼ੇ ਇਹ ਸਾਰੀਆਂ ਚੀਜ਼ਾਂ ਦੇ ਕੀ ਹੋਏ ਆ ਭਰੇ ਪਏ ਆ। ਹਾਲੇਲੂਇਆ। ਸੋ ਇਹ ਅਸੀਂ ਕਿੱਦਾਂ ਸਾਡੇ ਵਿੱਚੋਂ ਨਿਕਲਣ ਉਹਦੇ ਲਈ ਸਭ ਤੋਂ ਪਹਿਲੀ ਗੱਲ ਆ ਕਿ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਕੀ ਕਰਨਾ ਆ ਚੱਲਣਾ ਆ। ਸੋ ਪਵਿੱਤਰ ਆਤਮਾ ਦੀ ਅਗਵਾਈ 'ਚ ਚੱਲਣ ਤੋਂ ਭਾਵ ਕੀ ਆ ਜੋ ਸਿਖਾਇਆ ਜਾਂਦਾ ਦਾਸ ਦੇ ਦੁਆਰਾ ਉਸ ਗੱਲ ਨੂੰ ਕੀ ਕਰਨਾ ਆ ਮੰਨ ਲੈਣਾ। ਹਾਲੇਲੂਇਆ। ਹਾਂਜੀ। ਦੂਸਰੀ ਗੱਲ ਪ੍ਰਕਾਸ਼ 3 ਅਧਿਆਇ ਉਹਦੀ 20 ਆਏ ਪ੍ਰਕਾਸ਼ ਦੀ ਪੋਥੀ 3 ਅਧਿਆਇ ਉਹਦੀ 20 ਆਏ। ਉਹ ਤੁਹਾਡੇ ਚੋਂ ਜਿਹੜੇ ਅਨਪੜ੍ਹ ਆ ਭੈਣਾਂ ਭਾਈ ਕੁਛ ਵੀ ਆ ਮੈਂ ਜਿਹੜੀਆਂ ਗੱਲਾਂ ਪੰਜਾਬੀ ਚ ਬੋਲਦਾ ਕਿਸੇ ਨੂੰ ਸਮਝ ਆਉਂਦੀਆਂ। ਹੁਣ ਅਨਪੜ੍ਹਾਂ ਨਾਲ 2 ਮਿੰਟ ਮੈਂ ਗੱਲ ਕਰ ਲਾਂ ਫੇਰ ਸ਼ੁਰੂ ਕਰੋ। ਅਨਪੜ੍ਹ ਸੁਣੋ ਧਿਆਨ ਦੇ ਨਾਲ ਅਨਪੜ੍ਹੋ ਧਿਆਨ ਨਾਲ ਕਿਉਂਕਿ ਤੁਹਾਡਾ ਪੜ੍ਹਨ ਦਾ ਇਹ ਤੁਹਾਨੂੰ ਬਲ ਨਹੀਂ ਮਿਲਦਾ। ਵੈਸੇ ਤੇ ਜਿਹੜੇ ਪ੍ਰਭੂ ਦੇ ਸੱਚੇ ਭਗਤ ਆ ਉਹ ਭਾਵੇਂ ਬੁੱਢੇ ਵੀ ਹੋ ਜਾਣ ਅਨਪੜ੍ਹ ਹੋਣ ਤੇ ਉਹ ਪੜ੍ਹਨਾ ਲਿਖਣਾ ਸਿੱਖ ਲੈਂਦੇ ਆ। ਕਮ ਸੇ ਕਮ ਉਹਦੀ ਬਾਣੀ ਨੂੰ ਉਹਦੀ ਚਿੱਠੀ ਨੂੰ ਉਹਦੇ ਪ੍ਰੇਮ ਪੱਤਰ ਨੂੰ ਨਿੱਜੀ ਤੌਰ ਤੇ ਪੜ੍ਹੀਏ। ਅਸੀਂ ਕਦੋਂ ਕਿਸੇ ਕੋਲ ਆਪਣੇ ਪ੍ਰੇਮੀ ਦੇ ਪੱਤਰ ਪੜ੍ਹਾਈਏ। ਹਾਲੇਲੂਇਆ। ਕਿਉਂਕਿ ਪ੍ਰੇਮੀ ਨੇ ਪਤਾ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਗੱਲਾਂ ਕੀਤੀਆਂ ਹੁੰਦੀਆਂ ਉਹ ਨਿੱਜੀ ਤੌਰ ਤੇ ਆਪ ਹੀ ਪੜ੍ਹਨੀਆਂ ਚਾਹੀਦੀਆਂ। ਹਾਲੇਲੂਇਆ। ਸੋ ਉਹਦੇ ਲਈ ਜਿਹੜਾ ਉਹਦੇ ਨਾਲ ਪ੍ਰੇਮ ਭਾਲਦਾ ਚਾਹੇ ਕਿਸੇ ਵੀ ਉਮਰ ਦਾ ਹੋਵੇ ਬੱਚਾ ਹੋਵੇ ਬਜ਼ੁਰਗ ਹੋਵੇ ਜਵਾਨ ਹੋਵੇ ਉਹ ਪੜ੍ਹਨਾ ਹੀ ਸਿੱਖ ਲੈਂਦਾ ਪਹਿਲਾਂ। ਮੈਂ ਕਮ ਸੇ ਕਮ ਆਪਣੀ ਮਾਤਰ ਭੂਮੀ ਜਿਹੜੀ ਮੇਰੇ ਕੋਲ ਪੰਜਾਬੀ ਭਾਸ਼ਾ ਇਹਨੂੰ ਤਾਂ ਸਿੱਖ ਲਵਾਂ ਉਹਨਾਂ ਕਿ ਜਿਹਦੇ ਨਾਲ ਮੈਂ ਆਪਣੇ ਪ੍ਰੇਮੀ ਦੀਆਂ ਗੱਲਾਂ ਨੂੰ ਕੀ ਕਰ ਲਵਾਂ ਸਮਝ ਲਵਾਂ। ਤੁਹਾਡੇ ਚੋਂ ਕੋਈ ਐਸਾ ਢੀਠ ਹੈ ਜਿਹੜਾ ਨਹੀਂ ਪੜ੍ਹਨਾ ਚਾਹੁੰਦਾ ਜਾਂ ਨਹੀਂ ਇਸ ਗੱਲ ਜਾਂ ਥੋੜਾ ਸਮਾਂ ਸਮਝਦਾ ਹੁਣ ਮੇਰੇ ਕੋਲ ਸਮਾਂ ਥੋੜਾ ਰਹਿ ਗਿਆ ਆ ਉਹ ਧਿਆਨ ਨਾਲ ਸੁਣੋ। ਤੁਸੀਂ ਹੁਣ ਕਰਨਾ ਕੀ ਆ ਤੁਸੀਂ ਕਰਨਾ ਯਿਸੂ ਮਸੀਹ ਆਉਣ ਵਾਲਾ ਆ ਤੇ ਤੁਸੀਂ ਆਪਣੇ ਆਪ ਨੂੰ ਕੀ ਕਰਨਾ ਆ ਉਠਾਏ ਜਾਣ ਲਈ ਕੀ ਕਰਨਾ ਆ ਕਿਉਂਕਿ ਆਪਾਂ ਧਰਤੀ ਤੋਂ ਕੀ ਹੋ ਜਾਣਾ ਆ ਚੱਕ ਲੈ ਜਾਣਾ ਆ। ਉਹਦੇ ਲਈ ਆਪਣੇ ਆਪ ਨੂੰ ਕੀ ਕਰਨਾ ਪਵਿੱਤਰ ਕਰਨਾ ਤਿਆਰ ਕਰਨਾ ਤੇ ਇਹਦੇ ਲਈ ਕੀ ਕਰੋ ਆਪਣੇ ਆਪ ਨੂੰ ਪ੍ਰਾਰਥਨਾ ਵਿੱਚ ਰੱਖ ਲਓ। ਤੁਹਾਡੇ ਲਈ ਹੋਰ ਕੋਈ ਕੰਮ ਨਹੀਂ। ਕੀ ਕਰੋ ਆਪਣੇ ਲਈ ਪ੍ਰਾਰਥਨਾ ਕਰੋ ਦੂਜੇ ਲਈ ਪ੍ਰਾਰਥਨਾ ਕਰੋ ਆਪਣੇ ਝੋਣ ਲਈ ਪ੍ਰਾਰਥਨਾ ਕਰੋ ਡਟ ਕੇ ਪ੍ਰਾਰਥਨਾ ਕਰੋ ਰੋ ਕੇ ਪ੍ਰਾਰਥਨਾ ਕਰੋ ਹੋ ਕੇ ਭਰ ਕੇ ਪ੍ਰਾਰਥਨਾ ਕਰੋ। ਖੁਦਾ ਤੁਹਾਨੂੰ ਤੁਹਾਡੀ ਬੁੱਧ ਨੂੰ ਕੀ ਕਰ ਦਊਗਾ ਬੋਲ ਦੋ। ਹਾਲੇਲੂਇਆ। ਹਾਲੇਲੂਇਆ। ਹਾਂਜੀ। ਵੇਖ ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ ਜੇ ਕੋਈ ਮੇਰੀ ਆਵਾਜ਼ ਸੁਣੇ ਅਤੇ ਬੂਹਾ ਖੋਲ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਜਾਵਾਂਗਾ ਅਤੇ ਉਹਦੇ ਨਾਲ ਪ੍ਰਸ਼ਾਦ ਛਕਾਂਗਾ ਅਤੇ ਉਹ ਮੇਰੇ ਨਾਲ ਛਕੇਗਾ। ਕੀ ਖੜਕਾਉਂਦਾ ਬਈ ਬੂਹਾ ਖੜਕਾਉਂਦਾ। ਸਾਰੇ ਬੋਲੋ ਕੀ ਖੜਕਾਉਂਦਾ ਕੌਣ ਦੇਖੋ ਨਾ ਧਿਆਨ ਨਾਲ ਕੌਣ ਖੜਕਾਉਂਦਾ ਯਿਸੂ ਮਸੀਹ। ਤੇ ਜਿਹੜਾ ਕਹਿੰਦਾ ਖੋਲੂਗਾ ਮੈਂ ਉਹਦੇ ਕੀ ਹੋ ਜਾਊਗਾ ਉਹਦੇ ਅੰਦਰ ਆ ਬੂਹਾ ਕਿਹੜਾ ਖੜਕਾਉਂਦਾ ਯਿਸੂ ਮਸੀਹ ਦਿਲ ਦਾ ਬੂਹਾ ਦਿਲ ਦਾ ਬੂਹਾ ਹੁੰਦਾ ਆ। ਹਾਲੇਲੂਇਆ। ਹੁਣ ਘਰ ਜਾ ਕੇ ਨਾ ਬੂਹਾ ਲਾ ਕੇ ਬਹਿ ਜਾਓ ਆਓ ਖੜਕਾਊਗਾ। ਹਾਲੇਲੂਇਆ। ਫਿਰ ਖੜਕਾਊਗਾ ਤੇ ਕੋਈ ਗੱਲ ਨਹੀਂ ਦੇਖਾਂਗੇ ਦਿਲ ਦਾ ਬੂਹਾ। ਹਾਲੇਲੂਇਆ। ਕਿਉਂਕਿ ਇਹ ਇੱਕ ਵਾਰੀ ਤੁਸੀਂ ਸ਼ੈਤਾਨ ਲਈ ਖੋਲ ਚੁੱਕੇ ਆ ਤਾਂ ਉਹਨੇ ਅੰਦਰ ਬਰਬਾਦੀ ਕੀਤੀ ਆ। ਉਹ ਅੰਦਰੋਂ ਕੁੰਡਾ ਲਾ ਕੇ ਸਾਨੂੰ ਭੰਨਣ ਡਿਆ। ਹਾਲੇਲੂਇਆ। ਹਾਲੇਲੂਇਆ। ਬਹੁਤ ਸਮੇਂ ਪਹਿਲਾਂ ਜਦੋਂ ਸਾਡੇ ਕੋਲ ਯਿਸੂ ਦਾ ਪ੍ਰਚਾਰ ਨਹੀਂ ਸੀ ਆਇਆ ਤੇ ਇੱਕ ਅਸੀਂ ਫਿਲਮ ਦੇਖੀ ਸੀ ਦੀਵਾਰ ਅਮਿਤਾਭ ਬੱਚਨ ਦੀ ਫਿਲਮ ਤੇ ਉਹਨੂੰ ਕੁੱਟਣ ਆ ਗਏ ਤੇ ਉਹ ਅੱਗੇ ਭੱਜ ਪਿਆ ਉਹਨਾਂ ਦੇ ਤੇ ਜਦੋਂ ਭੱਜ ਪਿਆ ਤੇ ਭੱਜਦਾ ਗਿਆ ਪਿੱਛੋਂ ਸਾਰੇ ਜਿੱਦਾਂ ਬਦਮਾਸ਼ਾਂ ਦਾ ਹੋਰ ਹੌਸਲਾ ਖੁੱਲ ਗਿਆ ਵੀ ਇਹ ਤਾਂ ਅੱਗੇ ਤੱਕ ਗਿਆ। ਉਹ ਜੀ ਇੱਕ ਗਡਾਊਨ ਵਿੱਚ ਵੜ ਗਿਆ ਤੇ ਉਹ ਵੀ ਪਿੱਛੇ ਵੜ ਗਿਆ। ਸਾਰਿਆਂ ਨੂੰ ਸੈਂਟਰ ਜੇ ਚ ਲਿਆ ਕੇ ਆਪ ਜਾ ਕੇ ਨਾ ਉਹਨੇ ਕੁੰਡਾ ਲਾਤਾ ਚਾਬੀ ਜੇਬ ਚ ਪਾ ਲਈ ਤੇ ਫਿਰ ਅੰਦਰ ਹੀ ਸਾਰਿਆਂ ਨੂੰ ਕੀ ਕੀਤਾ ਭੰਨਿਆ। ਹਾਲੇਲੂਇਆ। ਹਾਲੇਲੂਇਆ। ਜਦੋਂ ਉਹਦਾ ਅਦਨ ਦੇ ਬਾਗ ਦੇ ਵਿੱਚੋਂ ਨਾ ਬੂਹਾ ਖੋਲਿਆ ਸ਼ੈਤਾਨ ਨੇ ਤੇ ਉਹਨੇ ਬੜੀ ਮਾਰ ਮਾਰੀ। ਸਾਡੇ ਪਿਓ ਦਾਦਿਆਂ ਸਾਨੂੰ ਗਾਂ ਸਾਡੀ ਔਲਾਦ ਨੂੰ ਵੀ ਫੜਿਆ ਪਿਆ ਕਹਿੰਦਾ ਇੱਥੇ ਰਹਿ ਜਿਹੜਾ ਛਿੱਤਰ ਬੜੇ ਮਾਰੂਗਾ ਤੇ ਫੋਨ ਨਹੀਂ ਛੱਡਣਾ ਫੋਨ ਤੇ ਖੇਡਣਾ ਹੈ ਤੂੰ ਜੇ ਫੋਨ ਬੰਦ ਕੀਤਾ ਤੇ ਨਾਲ ਹੀ ਤੈਨੂੰ ਮੈਂ ਢਾ ਲੈਣਾ। ਦੱਸੋ ਹੁੰਦਾ ਏਦਾਂ ਕਿ ਨਹੀਂ? ਉਹ ਕਹਿੰਦਾ ਹਾਂ ਵੀ ਕਿਦਾਂ ਉਹ ਪਤਾ ਕਹਿੰਦਾ ਜਦੋਂ ਮਾਵਾ ਸਾਰੇ ਭੰਦ ਤੇ ਇੱਕ ਰਹਿ ਗਿਆ ਤੇ ਹਾਂ ਵੀ ਕਹਿੰਦਾ ਤੇਰਾ ਕੀ ਪ੍ਰੋਗਰਾਮ ਹੈ ਤੇ ਉਹਨੇ ਆਪੇ ਹਥਿਆਰ ਛੱਡ ਦਿੱਤੇ। ਹਾਲੇਲੂਇਆ। ਸੋ ਇਸ ਲਈ ਸਾਨੂੰ ਉਹ ਅੰਦਰ ਬਾੜ ਕੇ ਉਹਦੇ ਅੰਦਰ ਬੜੀ ਮਾੜੀ ਹਾਲਤ ਕੀਤੀ
ਹੁਣ ਦਰਵਾਜ਼ਾ ਖੋਲਣਾ ਆ ਤਾਂ ਕਿ ਯਿਸੂ ਅੰਦਰ ਆਵੇ ਤੇ ਇਹ ਸ਼ਕਤੀਆਂ ਕੀ ਹੋ ਜਾਣ, ਬਾਹਰ ਚਲੇ ਜਾਣ। ਹਾਲੇਲੂਇਆ। ਇਹ ਬਾਹਰ ਜਾਣਗੀਆਂ ਤੇ ਗੰਦ ਮੁੱਕਣਾ। ਹਾਲੇਲੂਇਆ। ਨਹੀਂ ਤਾਂ ਇਹਨਾਂ ਨੇ ਤੁਹਾਨੂੰ ਵੱਖਰੇ ਵੱਖਰੇ ਮਨੋਰੰਜਨਾਂ ਵਿੱਚ, ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਫਸਾ ਕੇ ਰੱਖਣਾ ਆ, ਸੰਸਾਰਿਕ ਅਭਿਲਾਸ਼ਾ ਵਿੱਚ, ਸੰਸਾਰਿਕ ਭਾਵਨਾਵਾਂ ਦੇ ਵਿੱਚ। ਅੱਜ ਘਰਾਂ ਵਿੱਚ ਰੋਣੇ ਜਿਹੜੇ ਇਮੋਸ਼ਨਲ ਤੌਰ ਤੇ ਜ਼ਿਆਦਾ ਰੋਣੇ ਪਏ ਆ। ਮੇਰੀ ਮਾਂ ਨਾਲ ਨਹੀਂ ਬਣਦੀ, ਮੇਰੇ ਪਿਓ ਨਾਲ ਬਣਦੀ, ਮੈਂ ਤਾਂ ਉਹਦਾ ਬੜਾ ਭਲਾ ਕਰਦਾ ਹਾਂ, ਮੇਰਾ ਧਿਆਨ ਕਰਦਾ ਹੀ। ਇਹਨਾਂ ਗੱਲਾਂ ਦੇ ਰੋਣੇ ਪਾਏ ਹੋਏ ਆ। ਕਿਹਨੇ ਪਾਏ ਆ? ਸ਼ੈਤਾਨ ਨੇ। ਕਿਉਂਕਿ ਕਿਹਦੇ ਲਈ ਬੂਹਾ ਖੋਲਿਆ ਸੀਗਾ? ਸ਼ੈਤਾਨ ਨੇ। ਕਿਉਂਕਿ ਉਹ ਹੁੰਦਾ ਵੱਡੇ ਮਾਰੇ ਤੇ ਨਾਸ਼ ਕਰੇ। ਯਿਸੂ ਆਉਂਦਾ ਆ ਕਿ ਉਹ ਬਹੁਤਾਇਤ ਦਾ ਜੀਵਨ। ਇਸ ਲਈ ਯਿਸੂ ਕਹਿੰਦਾ ਆ ਕਿ ਮੈਂ ਬੂਹੇ ਤੇ ਕੀ ਕਰਦਾ ਆ? ਖੜਾ ਆ, ਖੜਕਾਉਂਦਾ ਆ। ਸੋ ਆਪਣਾ ਸਵਾਲ ਸੀਗਾ ਨਾ ਇੱਥੇ, ਆਪਣੇ ਕੋ ਵਚਨ ਕਿਉਂ ਆ ਜਿਹੜਾ ਆ ਗਿਆ? ਕਿਉਂਕਿ ਆਪਾਂ ਸਵਾਲ ਕੀਤਾ ਅਸੀਂ ਕੀ ਕਰੀਏ। ਹਾਲੇਲੂਇਆ। ਇਹ ਪ੍ਰਭੂ ਕਹਿੰਦਾ ਏਦਾਂ ਕਰੋ, ਲਿਖੋ, ਅਸੀਂ ਉਹਦੀ ਆਵਾਜ਼ ਨੂੰ ਸੁਣਨਾ ਤੇ ਮਨ ਨੂੰ ਖੋਲਣਾ ਹੈ। ਹਾਲੇਲੂਇਆ। ਕੀ ਕਰੀਏ ਨਾ? ਪਹਿਲੀ ਗੱਲ ਸੀ ਆਤਮਾ ਦੀ ਅਗਵਾਈ ਵਿੱਚ ਕੀ ਕਰੀਏ? ਚੱਲਣਾ ਸ਼ੁਰੂ ਕਰੀਏ। ਦੂਸਰੀ ਗੱਲ ਕੀ ਆ? ਕੀ ਕਰੀਏ? ਆਪਣੇ ਦਿਲਾਂ ਨੂੰ ਖੋਲੀਏ ਤੇ ਕੀ ਕਰੀਏ? ਉਹਦੀ ਆਵਾਜ਼ ਨੂੰ ਸੁਣੀਏ। ਉਹਦੀ ਆਵਾਜ਼ ਨੂੰ ਸੁਣੀਏ। ਔਰ ਲਿਖਿਆ ਕਿ ਅੱਜ ਦੀ ਉਹਦੀ ਆਵਾਜ਼ ਸੁਣੋ ਕਿ ਆਪਣੇ ਦਿਲਾਂ ਨੂੰ ਸਖਤ ਨਾ ਕਰੋ। ਹਾਲੇਲੂਇਆ। ਉਹਦੀ ਆਵਾਜ਼ ਨੂੰ ਸੁਣੋ। ਯਿਸੂ ਮਸੀਹ ਜ਼ਬਰਦਸਤੀ ਕਰ ਨਹੀਂ ਸਕਦਾ, ਇਸ ਲਈ ਕਹਿੰਦਾ ਕੁੰਡਾ ਖੋਲੂੰਗਾ ਤੇ ਮੈਂ ਆਉਂਗਾ। ਕਿਉਂਕਿ ਕੁੰਡਾ ਕਿੱਧਰੋਂ ਲੱਗਾ ਹੈ? ਅੰਦਰੋਂ ਦੀ ਹੈ। ਅੰਦਰ ਬੜੀ ਹਲਚਲ ਹੈ, ਅੰਦਰ ਸ਼ੈਤਾਨ ਦਾ ਰੌਲਾ ਬਹੁਤ ਜ਼ਿਆਦਾ ਹੈ। ਯਿਸੂ ਖੜਕਾਈ ਜਾਂਦਾ ਆ ਤੇ ਉਧਰ ਨੂੰ ਧਿਆਨ ਦੇਣ ਦਿੰਦਾ ਨਹੀਂ, ਕਿਉਂਕਿ ਅੰਦਰ ਰੌਲਾ ਹੀ ਬਹੁਤ ਹੈ। ਜੋ ਸਾਡੇ ਬਾਹਰ ਉੱਥੇ ਲੜਾਈ ਚੱਲ ਰਹੀ ਸੀ, ਉਹ ਲੜਾਈ ਹੋ ਰਹੀ ਸੀ, ਬੜਾ ਕੁਛ ਗੰਦ ਬਕਿਆ ਜਾ ਰਿਹਾ। ਅਸੀਂ ਛੋਟਾ ਜਿਹਾ ਝੁੰਡ, ਮੈਂ ਕਿਹਾ ਚੱਕ ਦਿਓ ਕੰਮ, ਅਸੀਂ ਆਰਾਧਨਾ ਸ਼ੁਰੂ ਕਰਤੀ ਦੇ ਤੇਰੇ ਦੀ, ਸਾਨੂੰ ਸੁਣੀ ਨਾ ਉਹਨਾਂ ਦੀ ਆਵਾਜ਼। ਹਾਲੇਲੂਇਆ, ਹਾਲੇਲੂਇਆ। ਸੋ ਉਹਦਾ ਸਾਨੂੰ ਬੜਾ ਫਾਇਦਾ ਹੋਇਆ, ਬਹੁਤ ਫਾਇਦਾ ਹੋਇਆ। ਪ੍ਰਭੂ ਦੀ ਕਿਰਪਾ ਨਾਲ ਗੰਦ ਨਿਕਲ ਗਿਆ। ਕੀ ਹੋ ਗਿਆ? ਗੰਦ ਨਿਕਲ ਗਿਆ। ਸੋ ਇਸੇ ਪ੍ਰਕਾਰ ਹੁਣ ਜਦੋਂ ਯਿਸੂ ਮਸੀਹ ਦਰਵਾਜ਼ਾ ਖੜਕਾਉਂਦਾ ਨਾ, ਅੰਦਰ ਰੌਲਾ ਬਹੁਤ ਜ਼ਿਆਦਾ ਹੈ, ਪਰ ਵਚਨ 'ਚ ਲਿਖਿਆ ਜਿਹੜੀ ਉਹਦੀ ਭੇਡ ਆ ਉਹਦੀ ਆਵਾਜ਼ ਕੀ ਕਰਦੀ ਆ? ਤੇ ਉਹਦੇ ਪਿੱਛੇ ਚੱਲਦੀ ਆ। ਹਾਲੇਲੂਇਆ, ਹਾਲੇਲੂਇਆ। ਸੋ ਕੀ ਕਰੀਏ? ਅਸੀਂ ਉਹਦੀ ਆਵਾਜ਼ ਨੂੰ ਸੁਣੀਏ ਤੇ ਮਨ ਨੂੰ ਕੀ ਕਰੀਏ? ਖੋਲ ਦਈਏ। ਮਨ ਸਖਤ ਨਾ ਰੱਖੀਏ। ਜੋ ਵੀ ਅੱਜ ਗੱਲਾਂ ਸਮਝ ਆ ਰਹੀਆਂ, ਮੰਨ ਲਓ ਸਿੱਧੇ ਤੌਰ ਤੇ, ਸਧਾਰਨ ਤੌਰ ਤੇ ਕੀ ਆ? ਆਪਾਂ ਛੱਡਣਾ ਕੀ? ਆਪਣੇ 'ਚ ਗੰਦ ਕੀ ਆ? ਤੂੰ ਖੋਲ ਕੇ ਸਾਹਮਣੇ ਰੱਖਦਾ ਹੋਇਆ। ਹੁਣ ਤਾਂ ਸਿਰਫ ਮੰਨਣ ਦੀ ਗੱਲ ਆ। ਗੰਦ ਕੀ ਆ? ਮਾੜਾ ਜਿਹਾ ਪੜ੍ਹ ਲਓ, ਉਹਨੂੰ ਬੱਚੇ ਚੈਟ ਨਾ ਕਰਿਓ, ਉਹਦਾ ਪੜ੍ਹ ਲਓ। ਗਲਾਤੀਆਂ 5 ਦੇ ਆਏ, ਉਹਦੀ ਮੇਰੇ ਖਿਆਲ 19 ਤੋਂ ਪੜ੍ਹ ਹੀ ਲਓ ਇੱਕ ਵਾਰੀ। ਅੱਜ ਫੇਰ ਦੁਬਾਰਾ ਪੜ੍ਹੋ, ਹੋ ਸਕਦਾ ਇਹਦੇ 'ਚ ਤੁਹਾਨੂੰ ਕੁਝ ਜ਼ਿਆਦਾ ਜ਼ਿੰਮੇਵਾਰੀ ਦਾ ਅਹਿਸਾਸ ਜਾ ਹੋ ਜਾਵੇ। ਪਹਿਲਾਂ ਆਪਾਂ ਹੋਰ ਕਈ ਹਿੱਸਿਆਂ ਵਿੱਚ ਸੁਣਿਆ ਹੋਇਆ ਇਸ ਵਚਨ। ਹੁਣ ਸਰੀਰ ਦੇ ਕੰਮ ਤਾਂ ਪ੍ਰਗਟ ਹਨ। ਕਰਨਾ ਕੀ ਹੈ ਜੀ ਆਪਾਂ? ਹਾਲੇਲੂਇਆ। ਆਪਾਂ ਆਪਣੀ ਸਫਾਈ ਕਿੱਦਾਂ ਹੋਣੀ? ਸਿੱਧੇ ਇਹਦੇ 'ਚ ਕੋਈ ਔਖਾ ਕੰਮ ਨਹੀਂਗਾ। ਸਰੀਰ ਦੇ ਕੰਮ ਤਾਂ ਕੀ ਆ? ਪ੍ਰਗਟ ਹੀ ਆ। ਇਹ ਗੁੱਝੇ ਕੰਮ ਹੈ ਨਹੀਂ। ਜਿਹੜੇ ਸਾਡੇ ਸਰੀਰ 'ਚ ਕੰਮ ਆ ਨਾ, ਉਹ ਪ੍ਰਗਟ ਆ ਭਾਈ। ਇਹ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਇਹ ਤਾਂ ਵਚਨ ਆਪਣੇ ਆਪ ਹੀ ਪੜੋਗੇ ਤੇ ਪਤਾ ਲੱਗ ਜਾਂਦਾ। ਹਾਂ ਕੀ ਆ? ਉਹ ਇਹ ਹਨ। ਉਹ ਇਹ ਆ, ਸਰੀਰ ਦੇ ਕੰਮ ਪ੍ਰਗਟ ਆ, ਉਹ ਇਹ ਆ। ਹਰਾਮਕਾਰੀ। ਕੀ ਬੋਲੀ? ਚਲੋ ਪਿੱਛੇ ਪਿੱਛੇ। ਗੰਦਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾ, ਖਾਰ, ਨਸ਼ੇ, ਬਦਮਸਤੀਆਂ ਅਤੇ ਹੋਰ ਇਹੋ ਜਿਹੇ ਕੰਮ। ਹਾਲੇਲੂਇਆ। ਹੋਰ ਇਹੋ ਜਿਹੇ ਕੰਮ ਆ। ਅੱਗੇ ਉਹ ਵੀ ਕੰਮ ਦੱਸੇ ਹੋਏ। ਕਹਿੰਦਾ ਮਤਲਬ ਆਹ ਚੀਜ਼ਾਂ ਨੂੰ ਆਪਣੇ 'ਚ, ਜਦੋਂ ਵੀ ਆਪਣੇ 'ਚ ਇਦਾਂ ਦਾ ਵਿਚਾਰ ਦਾ ਮਨ ਆਉਂਦਾ ਆ ਤੇ ਕੀ ਕਰ ਲਓ? ਉਹਨੂੰ ਕੰਟਰੋਲ ਕਰ ਲਓ। ਕਿਉਂਕਿ ਵਿਚਾਰ ਦਾ ਸੁੱਖ ਸਿਰਫ ਪਲ ਤੋਂ ਪਲ ਦਾ ਹੈ, ਪਰ ਇਹਦਾ ਦੁੱਖ ਜਿਹੜਾ ਨਾ ਅਨੰਤ ਕਾਲ ਦਾ ਹੈ। ਕਿੱਦਾਂ ਆਪਾਂ ਬੈਲੈਂਸ ਕਰੀਏ ਨਾ? ਗਾਲਾਂ ਕੱਢਣੀਆਂ ਕੀ ਕਰ ਦਈਏ? ਛੱਡ ਦਈਏ। ਕਿਉਂ? ਗਾਲਾਂ ਕੱਢਣ ਦਾ ਸਵਾਦ ਸਾਨੂੰ ਸ਼ੈਤਾਨ ਨੇ ਪਾਇਆ ਹੋਇਆ ਜਦੋਂ ਦਾ ਸਾਡੇ ਅੰਦਰ ਬੜਿਆ ਪਿਆ।
ਕਿ ਆਪਾਂ ਇਹ ਸਵਾਦ ਲੈਣਾ ਹੁਣ ਕੀ ਕਰ ਦਈਏ, ਛੱਡ, ਆਪਣੇ ਸਵਾਦ ਛੱਡ ਦਿਓ। ਜਿਹੜੀ ਵੀ ਗੱਲ 'ਚ ਤੁਹਾਨੂੰ ਆਨੰਦ ਮਿਲਦਾ ਉਹ ਗੱਲਾਂ ਨੂੰ ਕੀ ਕਰ ਦਿਓ, ਛੱਡ ਦਿਓ। ਜੇ ਛੱਡ ਦੋਗੇ ਤੇ ਨਰਕ ਤੋਂ ਕੀ ਹੋ ਜਾਓਗੇ, ਬਚ ਜਾਓਗੇ। ਸੋ ਇਹ ਜਿਹੜੀਆਂ ਚੀਜ਼ਾਂ ਹੈ ਇਹ ਆਪਣੇ ਘਰਾਂ ਦੇ ਵਿੱਚ ਹੀ ਲਿਖ ਕੇ ਇੱਕ ਪਰਚੀ ਲਾ ਦਿਓ। ਜਿਆਦਾ ਗੱਲ ਹੈ, ਮੈਂ ਤੁਹਾਨੂੰ ਛਾਪ ਕੇ ਪੇਪਰ ਦੇ ਦੂੰਗਾ, ਸਾਡੇ ਕੋਲ ਪ੍ਰਿੰਟਰ ਵੀ ਆ ਗਿਆ ਹੈ ਪ੍ਰਭੂ ਦੀ ਕਿਰਪਾ ਨਾਲ, ਤੁਹਾਨੂੰ ਸਾਰਿਆਂ ਨੂੰ ਪਰਚੇ ਦੇ ਉਹਦੇ ਘਰਾਂ 'ਚ ਲਾ ਦਿਓ ਸਲਿੱਪ ਜੀ, ਤੋ ਪੜ੍ਹਦੇ ਰਿਹਾ ਕਰੋ ਆ ਚੀਜ਼ਾਂ ਆ, ਤੇ ਰੋਜ਼ ਰੋਜ਼ ਇੱਕ ਨਾਪ ਕਰਕੇ ਦੇਖ ਲਿਆ ਕਰੋ ਅੱਜ ਕਿੰਨੇ ਪ੍ਰਤੀਸ਼ਤ ਕੰਟਰੋਲ ਹੋ ਗਿਆ ਇਹਨਾਂ ਚੀਜ਼ਾਂ ਤੇ, ਗਾਲਾਂ ਤੇ, ਚੁਗਲੀਆਂ ਤੇ, ਨਿੰਦਿਆ ਤੇ, ਵੈਰ ਤੇ, ਵਿਰੋਧ ਤੇ, ਝਗੜੇ ਤੇ, ਹਸਦ ਤੇ, ਕ੍ਰੋਧ ਤੇ, ਇਹਨਾਂ ਚੀਜ਼ਾਂ ਤੇ ਕਿੰਨਾ ਕੰਟਰੋਲ ਹੋ ਗਿਆ। ਕਿਉਂਕਿ ਜੇ ਤੁਸੀਂ ਜ਼ਿੰਮੇਵਾਰੀ ਲਾਓਗੇ ਤੇ ਖੁਦਾ ਕਹੂਗਾ ਤੂੰ ਇੱਕ ਕਦਮ ਆ ਤੇ ਮੈਂ ਕਿੰਨੇ ਆਉਂਗਾ, ਤੇਰੇ 10 ਹਿੱਸੇ ਦਾ ਕੰਮ ਮੈਂ ਨਿਬੇੜੂ। ਹਾਲੇਲੂਇਆ। ਇੱਕ ਕਦਮ ਆ ਮਤਲਬ ਕਿ ਮਨ ਤਾਂ ਬਣਾ। ਹਾਲੇਲੂਇਆ। ਹਾਲੇਲੂਇਆ। ਤੂੰ ਸਿਰਫ ਕੀ ਕਰਨਾ ਆ, ਮਨ ਬਣਾਉਣਾ ਆ। ਕਿਉਂਕਿ ਜਦੋਂ ਤੂੰ ਸ਼ੈਤਾਨ ਦੀ ਸੁਣਦਾ ਮਨ ਬਣਾ ਲਿਆ ਸੀ ਨਾ, ਸ਼ੈਤਾਨ ਨੇ 6000 ਸਾਲ ਤੋਂ ਤੈਨੂੰ ਚੰਗਾ ਹੀ ਵਾਇਆ। ਹਾਲੇਲੂਇਆ। ਕਿ ਅੱਜ ਜੇ ਤੂੰ ਉਹਦੀ ਆਵਾਜ਼ ਸੁਣ ਕੇ ਆਪਣਾ ਮਨ ਬਣਾ ਲਵੇਂ ਨਾ, ਮਨ ਮੈਂ ਕਹਿ ਦੇ ਰੱਬਾ ਮੈਂ ਮਨੋਂ ਤਾਂ ਤੇਰੀ ਸੁਣਨਾ ਚਾਹਣਾ ਪਰ ਮੈਂ ਬੇਬਸ ਹਾਂ, ਇਹ ਤਾਂ ਕਹਿ ਦੇ। ਹਾਲੇਲੂਇਆ। ਉਹ ਆਪਣੇ ਦੂਤਾਂ ਨੂੰ ਆਗਿਆ ਦਊਗਾ ਕਿ ਇਹਦੀ ਮਦਦ ਕਰੋ। ਹਾਲੇਲੂਇਆ। ਹਾਲੇਲੂਇਆ। ਉਹ ਆਤਮਾ ਉਸੇ ਟਾਈਮ ਹੋ ਕੇ ਭਰੂਗਾ, ਇਹ ਪਿਤਾ ਇਹਨੂੰ ਬਖਸ਼ ਦੇ। ਹਾਲੇਲੂਇਆ। ਹਾਲੇਲੂਇਆ। ਸੋ ਸਾਡੇ ਲਈ ਸਪੋਰਟ ਬੜੀ ਜ਼ਬਰਦਸਤ, ਦੁਨੀਆ 'ਚ ਕੋਈ ਇਦਾਂ ਸਪੋਰਟ ਕਰੇ। ਹੁਣ ਉੱਥੇ ਸਾਡਾ ਝਗੜਾ ਹੋਇਆ ਤੇ ਉਹਦੇ 'ਚ ਸਪੋਰਟਾਂ ਪੈਣ ਦੀਆਂ, ਕੋਈ ਕਹਿੰਦਾ ਸਾਡੇ ਕੋਲ MLA ਦੀ ਸਪੋਰਟ ਹੈ, ਕੋਈ ਫਲਾਣੇ ਪ੍ਰਧਾਨ ਦੀ, ਕੋਈ ਕਹਿੰਦਾ ਬਦਮਾਸ਼ ਵੱਡੇ ਤਗੜੇ ਆ, ਉਹ ਸਾਰੇ ਸਪੋਰਟਾਂ ਦਾ ਪ੍ਰੋਗਰਾਮ ਚੱਲ ਰਿਹਾ। ਪਰ ਸਾਡੀ ਸਪੋਰਟ ਕਿੱਥੇ ਆ, ਸਵਰਗ ਤੱਕ। ਹਾਲੇਲੂਇਆ। ਸੱਚੀ ਸੁੱਚੀ ਸਪੋਰਟ। ਇਹ ਬਦਮਾਸ਼ਾਂ ਦੀ ਸਪੋਰਟ ਕੋਈ ਖਾਸ ਸਪੋਰਟ ਹੁੰਦੀ, ਇਹ ਮੰਤਰੀਆਂ ਦੀ ਸਪੋਰਟ ਕੋਈ ਖਾਸ ਸਪੋਰਟ ਹੁੰਦੀ ਵੀ, ਸਾਰੇ ਝੂਠੇ ਆ ਤੇ ਝੂਠੀਆਂ ਸ਼ਕਤੀਆਂ ਦੇ ਵਾਸ ਦੇ ਵਿੱਚ। ਹਾਲੇਲੂਇਆ। ਪਰ ਸਾਡਾ ਸੱਚਾ ਪਰਮੇਸ਼ਰ ਪਵਿੱਤਰ ਆਤਮਾ ਜਿਹੜਾ ਧਰਤੀ 'ਚ ਛੱਡਿਆ ਉਹ ਵੀ ਸੱਚੇ ਹੋ ਕੇ ਭਰਦਾ, ਜਿਹੜਾ ਸਾਡਾ ਯਿਸੂ ਮਸੀਹ ਪਿਤਾ ਦੇ ਨਾਲ ਬੈਠਾ ਉਹ ਵੀ ਸੱਚੇ ਹੋ ਕੇ ਲਹੂ ਦਾ ਵਾਸਤਾ ਦਿੰਦਾ ਹੈ। ਹਾਲੇਲੂਇਆ। ਮੈਂ ਆਪਣਾ ਲਹੂ ਪੇਸ਼ ਕਰਦਾ ਹਾਂ, ਇਹਦੀ ਆਪ ਕਮਜ਼ੋਰੀ ਮੇਰੇ ਲਹੂ ਤੇ ਹਾਵੀ ਹੋ ਸਕਦੀ ਨਹੀਂ। ਹਾਲੇਲੂਇਆ। ਤੇ ਲਹੂ ਦੇ ਵਿੱਚ ਹੀ ਤਾਂ ਮਾਫੀ ਆ, ਬਿਨਾਂ ਲਹੂ ਬਹਾਏ ਮਾਫੀ ਹੈ ਨਹੀਂ। ਦੇਖੋ ਲਹੂ ਦਾ ਵੀ ਇੰਤਜ਼ਾਮ ਹੈ, ਪਵਿੱਤਰ ਕਰਨ ਵਾਲੇ ਪਵਿੱਤਰ ਰੂਹ ਦਾ ਵੀ ਇੰਤਜ਼ਾਮ ਹੈ, ਸਵਰਗ ਦੂਤਾਂ ਦਾ ਵੀ ਇੰਤਜ਼ਾਮ ਹੈ। ਹਾਲੇਲੂਇਆ। ਸੋ ਪਿਤਾ ਦੇ ਕ੍ਰੋਧ ਨੂੰ ਸ਼ਾਂਤ ਕਰਨ ਲਈ ਪਿਤਾ ਨੇ ਆਪਣੇ ਕੋਲ ਕਿੰਨੀ ਚੀਜ਼ਾਂ ਰੱਖ ਦਿੱਤੀਆਂ ਹੋਈਆਂ। ਭਾਈ ਜੇਕਰ ਤੁਸੀਂ ਮਿਲ ਕੇ ਸਿਫਾਰਿਸ਼ ਕਰੋਗੇ ਤੇ ਮੈਂ ਕੁਝ ਸੋਚ ਵਿਚਾਰ ਕਰੂੰਗਾ। ਹਾਲੇਲੂਇਆ। ਤੇ ਉਹ ਕਦੋਂ ਸਹਿਮਤ ਹੋ ਜਾਂਦੇ ਸਾਡੀ ਸਿਫਾਰਿਸ਼ ਲਈ, ਜਦੋਂ ਆਪਾਂ ਮਨ ਬਣਾ ਲਈਏ। ਮਨ ਤਾਂ ਬਣਾ। ਹਾਲੇਲੂਇਆ। ਕਿੰਨੇ ਭੈਣ ਭਰਾ ਅੱਜ ਮਨ ਬਣਾਉਣਾ ਚਾਹੁੰਦੇ ਵੀ ਮੈਂ ਗੰਦੀਆਂ ਗੱਲਾਂ ਆਪਣੇ ਵਿੱਚ ਰੱਖਣੀਆਂ ਨਹੀਂ? ਦੱਸੋ ਦੱਸੋ, ਬਿਨਾਂ ਸ਼ਰਮ ਤੋਂ ਦੱਸ ਦਿਓ, ਸੱਚੇ ਮਨੋਂ ਦਿਓ। ਕਿਉਂਕਿ ਉੱਤੇ ਸਵਰਗ ਸੁਣਦਾ। ਛੱਡਣਾ ਚਾਹੁੰਦੇ ਗੰਦਗੀ, ਗੰਦੇ ਵਿਚਾਰ, ਗੰਦੀਆਂ ਸੋਚਾਂ, ਗੰਦੇ ਕੰਮ ਛੱਡਣਾ ਚਾਹੁੰਦੇ ਆ? ਆਪਣੇ ਤੇ ਦਿਲ ਤੇ ਹੱਥ ਰੱਖ ਕੇ ਅੱਖਾਂ ਬੰਦ ਕਰਕੇ ਇੱਕ ਵਾਰੀ ਪ੍ਰਭੂ ਨੂੰ ਕਹਿ ਦਿੱਤਾ ਉਹਦੀ ਹਜ਼ੂਰੀ ਵਿੱਚ, ਮੈਂ ਛੱਡਣਾ ਚਾਹੁੰਦਾ, ਮੈਂ ਬੇਬਸ ਹਾਂ, ਮੈਂ ਕਈ ਵਾਰੀ ਏਦਾਂ ਸਮਰਪਣ ਕੀਤੇ ਪਰ ਮੇਰੇ ਕੋਲ ਹੋ ਨਹੀਂ ਸਕਿਆ ਪ੍ਰਭੂ, ਔਰ ਤੂੰ ਕਰ ਦੇ। ਹਾਲੇਲੂਇਆ। ਉਹ ਕਰੂਗਾ ਜੀ। ਹਾਲੇਲੂਇਆ। ਉਹ ਵਫਾਦਾਰ ਪਰਮੇਸ਼ਰ ਹੈ। ਜਦੋਂ ਅਸੀਂ ਆਪਣੇ ਆਪ ਨੂੰ ਉਹਦੇ ਹਵਾਲੇ ਕਰ ਦੇਵਾਂਗੇ ਤਾਂ ਕਰੂਗਾ। ਹੁਣ ਸਾਡਾ ਕੀ ਕੰਮ, ਅਸੀਂ ਕਹਿ ਦਿੱਤਾ ਹੈ, ਤੇ ਹੁਣ ਜਦੋਂ ਕੁਝ ਆਵੇ ਤਾਂ ਉਦੋਂ ਮਦਦ ਮੰਗਣੀ, ਪ੍ਰਭੂ ਮਦਦ ਕਰ। ਹਾਲਾਤ ਬਣ ਗਿਆ ਆ ਕਿ ਮੈਂ ਰਗੜਿਆ ਜਾਵਾਂ, ਮਦਦ ਕਰ। ਹਾਲੇਲੂਇਆ। ਸੋ ਇੱਥੇ ਹੁਣ ਕੀ ਕੁਝ ਕਰਨਾ ਪਊਗਾ? ਪਹਿਲੀ ਗੱਲ ਤਾਂ ਪਵਿੱਤਰ ਆਤਮਾ ਦੀ ਸਹਾਇਤਾ ਲੈਣੀ ਪਊਗੀ, ਮਦਦ ਲੈਣੀ ਪਊਗੀ। ਦੂਸਰਾ ਕੀ ਕਰਨਾ ਪਊਗਾ? ਅਸੀਂ ਉਹਦੀ ਆਵਾਜ਼ ਨੂੰ ਸੁਣਨਾ ਹੈ ਔਰ ਮਨ ਖੋਲਣਾ ਹੈ। ਤੀਜੀ ਗੱਲ, ਪ੍ਰਕਾਸ਼ਿਤ ਵਾਕਿਆ 2 ਅਧਿਆਏ 2 ਅਤੇ 3 ਅਧਿਆਏ, ਮਾਫ ਕਰਨਾ, ਪ੍ਰਕਾਸ਼ਿਤ ਵਾਕਿਆ 2 ਤੇ 3 ਅਧਿਆਏ ਘਰ ਜਾ ਕੇ ਪੜ੍ਹ ਲੈਣਾ। ਮੈਂ ਤਾਂ ਹਿੰਟ ਤੁਹਾਨੂੰ ਦੇ ਦਿੰਦਾ, ਪੜ੍ਹ ਲਿਓ ਜਰੂਰ। ਅੱਜ ਦਾ ਵਿਸ਼ੇ ਦੇ ਵਿੱਚ ਆਉਂਦਾ, ਤਸੱਲੀ ਨਾਲ ਪੜ੍ਹ ਲਿਓ ਜਾ। ਪ੍ਰਕਾਸ਼ਿਤ ਵਾਕਿਆ 2 ਤੇ 3 ਅਧਿਆਏ ਵਿੱਚ ਬਾਰ-ਬਾਰ ਭਵਿੱਖਬਾਣੀ ਹੈ ਕਿ ਆਤਮਾ ਕਲੀਸਿਆ ਨੂੰ ਕੀ ਕਹਿੰਦਾ ਹੈ। ਇਹਦੇ ਵਿੱਚ ਭਵਿੱਖਬਾਣੀ ਹੈ ਬਾਰ-ਬਾਰ। ਕਿਹੜੇ ਅਧਿਆਏ ਵਿੱਚ? 2 ਤੇ 3 ਅਧਿਆਏ ਵਿੱਚ ਬਾਰ-ਬਾਰ ਇਹ ਜ਼ਿਕਰ ਹੈਗਾ ਆ, ਭਵਿੱਖਬਾਣੀ ਆ
ਕਿ ਆਤਮਾ ਕਲੀਸਿਆ ਨੂੰ ਕੀ ਕਹਿੰਦਾ ਹੈ। ਆਪਣੇ ਕੰਨਾਂ ਨੂੰ ਚੈੱਕ ਕਰੋ। ਕੀ ਕਰ ਲਓ ਫਿਰ? ਆਪਣੇ ਕੰਨਾਂ ਨੂੰ ਕੀ ਕਰ ਲਓ ਬਈ? ਚੈੱਕ ਕਰ ਲਓ। ਜੋ ਆਤਮਾ ਕਲੀਸਿਆ ਨੂੰ ਕਹਿੰਦਾ ਹੈ ਨਾ, ਕੀ ਉਹ ਆਤਮਾ ਦੀ ਗੱਲ ਤੁਹਾਨੂੰ ਸਮਝ ਆ ਰਹੀ ਆ ਕਿ ਨਹੀਂ? ਕੰਨਾਂ ਨੂੰ ਕੀ ਕਰ ਲਓ? ਚੈੱਕ ਕਰੋ। ਹਾਲੇਲੂਇਆ। ਕਿਉਂਕਿ ਸਾਡੇ ਕੰਨਾਂ 'ਚ ਜਲੂਨ ਪਈ ਹੋਈ, ਸਾਡੇ ਕੰਨਾਂ 'ਚ ਰੋਗ ਪਿਆ ਹੋਇਆ ਹੈ। ਸਾਨੂੰ ਕੋਈ ਗਾਲਾਂ ਕੱਢੇ, ਸਾਡੇ ਨਾਲ ਕੁਝ ਵੀ ਇਦਾਂ ਦਾ ਬੁਰਾ ਵਿਵਹਾਰ ਕਰੇ, ਕੁਝ ਵੀ ਬੋਲੇ, ਉਹ ਇੱਕਦਮ ਅਸੀਂ ਸੁਣਦੇ ਤੇ ਮਨ ਤੇ ਲਾ ਲੈਨੇ। ਪਰ ਪਵਿੱਤਰ ਆਤਮਾ ਦੀ ਸੁਣਦੇ ਨਹੀਂ। ਕਿਉਂਕਿ ਪਵਿੱਤਰ ਆਤਮਾ ਦੀ ਸੁਣੋਗੇ, ਮਨ ਤੇ ਲਾਓਗੇ ਤੇ ਕੰਨਾਂ 'ਚ ਪਾਉਣ ਵਾਲੀ ਦਵਾਈ ਵਾਲਾ ਕੰਮ ਕਰੂ। ਪਹਿਲਾਂ ਕੰਨਾਂ ਵਿੱਚ ਰੇਸ਼ਾ ਪਿਆ ਆ, ਜਲੂਨ ਪਈ ਹੋਈ ਆ, ਗੰਦ ਮੰਦ ਨੇ ਉਹ ਸਾਰਾ ਕੰਨ ਨੂੰ ਕੀ ਕਰਤਾ ਆ? ਖਰਾਬ ਕਰਤਾ। ਹਾਲੇਲੂਇਆ। ਪਰ ਹੁਣ ਜੇਕਰ ਉਹਦੀ ਆਵਾਜ਼ ਸੁਣ ਲਈ ਮਨ ਲਗਾਓਗੇ, ਕੰਨ ਲਗਾਓਗੇ, ਤੇ ਕੰਨਾਂ ਦੇ ਵਿੱਚ ਸਮਝ ਲਓ ਡ੍ਰੌਪ ਪਾ ਦਿੱਤਾ ਜਾਊਗਾ। ਜਿੱਦਾਂ ਹੀ ਅੰਦਰ ਜਾਊਗਾ, ਅੰਦਰਲੀ ਮੈਲ ਕੀ ਹੋ ਜਾਊਗੀ। ਹਾਲੇਲੂਇਆ। ਇਲਾਜ ਤਾਂ ਸੌਖਾ ਹੀ ਆ, ਔਖਾ ਤਾਂ ਹੈਗਾ ਨਹੀਂ। ਕੰਨ ਨੂੰ ਕੀ ਕਰ ਦਿਓ? ਜਿੱਦਾਂ ਡ੍ਰੌਪ ਪਾਉਣੇ ਵਾਲੇ ਦੇ ਹਵਾਲੇ ਕਰ ਦਿੰਦੇ ਨਾ ਕੰਨ, ਏਦਾਂ ਹੀ ਪਵਿੱਤਰ ਆਤਮਾ ਦੇ ਹਵਾਲੇ ਕੰਨ ਕਰ ਲਓ। ਮੈਂ ਸੁਣਨੀ ਚਾਹੁੰਦਾ। ਹਾਲੇਲੂਇਆ। ਆ ਜਾ, ਬਸ ਇੱਕ ਗੱਲ ਪੜ੍ਹ ਕੇ ਵੀ ਪ੍ਰਾਰਥਨਾ ਕਰ। ਕੰਨਾਂ ਨੂੰ ਚੈੱਕ ਕਰ ਲਓ। ਅਸੀਂ ਪ੍ਰਭੂ ਦੇ ਨਕਸ਼ੇ ਕਦਮ ਤੇ ਚੱਲਣਾ ਹੈ। ਇਹਦੇ ਵਿੱਚ ਕੰਨਾਂ ਨੂੰ ਚੈੱਕ ਕਰ ਲਓ। ਕਿਉਂ? ਕਿਉਂਕਿ ਅਸੀਂ ਪ੍ਰਭੂ ਦੇ ਕੀ ਕਰਨਾ ਹੈ? ਨਕਸ਼ੇ ਕਦਮ ਤੇ, ਜੋ ਉਹਦੀ ਪੈੜ ਆ, ਉਹਦੇ ਪਦ ਚਿੰਨ੍ਹਾਂ ਤੇ ਚੱਲਣਾ ਹੈ, ਨਿਸ਼ਾਨਾਂ ਤੇ ਚੱਲਣਾ। ਯਹੋਨਾ 10 ਅਧਿਆਏ ਉਹਦੀ 27 ਆਇਤ ਤੇ ਪ੍ਰਾਰਥਨਾ ਕਰਦੇ। ਯਹੋਨਾ 10 ਅਧਿਆਏ ਉਹਦੀ 27 ਆਇਤ। ਉਹਨੇ ਉਹਨਾਂ ਨੂੰ ਉੱਤਰ ਦਿੱਤਾ, ਹਾਂ, ਮੇਰੀ 27 ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ, ਅਰ ਮੈਂ ਉਹਨਾਂ ਨੂੰ ਸਿਆਣਦਾ ਹਾਂ ਅਤੇ ਉਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ। ਹਾਂ, ਤਿੰਨ ਗੱਲਾਂ ਵਿੱਚ ਆ। ਪਹਿਲੀ ਗੱਲ ਤਾਂ ਉਹਦੀਆਂ ਭੇਡਾਂ ਉਹਦੀ ਆਵਾਜ਼ ਨੂੰ ਕੀ ਕਰਦੀਆਂ ਬਈ? ਜੇਕਰ ਕੋਈ ਉਹਦੀ ਭੇਡ ਆ, ਸੁਣੋ। ਹਾਲੇਲੂਇਆ। ਤੇ ਜੇ ਤੁਸੀਂ ਉਹਦੀ ਭੇਡ ਆ ਤੇ ਸੁਣ ਕੇ ਭੇਡ ਨੇ ਕਿਹਦੀ ਭੇਡ ਵਾਂਗੂ ਚੱਲਣਾ ਹੈ? ਕਿਹਦੀ ਭੇਡ ਵਾਂਗੂ? ਯਿਸੂ ਮਸੀਹ ਦੀ ਭੇਡ ਵਾਂਗੂ। ਹਾਲੇਲੂਇਆ। ਮੇਰੀਆਂ ਭੇਡਾਂ ਮੇਰੀ ਆਵਾਜ਼ ਪਛਾਣਦੀਆਂ ਆ, ਸੁਣਦੀਆਂ ਆ, ਔਰ ਮੈਂ ਉਹਨਾਂ ਨੂੰ ਸਿਆਣਦਾ ਹਾਂ। ਔਰ ਮੈਂ ਉਹਨਾਂ ਨੂੰ ਕੀ ਕਰਦਾ ਆ? ਸਿਆਣਦਾ। ਅਤੇ ਉਹ ਮੇਰੇ ਮਗਰ ਲੱਗੀਆਂ ਆਉਂਦੀਆਂ। ਮਗਰ ਲੱਗੀਆਂ ਆਉਂਦੀਆਂ ਵੀ, ਮਗਰ ਲੱਗੀਆਂ। ਹਾਲੇਲੂਇਆ। ਹਾਲੇਲੂਇਆ। ਸਾਡੀ ਚਾਲ ਤੋਂ ਪਤਾ ਲੱਗਣਾ ਆ ਦੁਨੀਆ ਨੂੰ ਕਿ ਕਿਹਦੀਆਂ ਭੇਡਾਂ ਆ ਤੇ ਕਿਹਦੇ ਪਿੱਛੇ ਜਾਂਦੀਆਂ। ਹਾਲੇਲੂਇਆ। ਆਪਣੀ ਚਾਲ ਤੋਂ ਸਾਬਤ ਕਰ ਦਿਓ ਅਸੀਂ ਪ੍ਰਭੂ ਦੇ ਹਾਂ। ਅਸੀਂ ਹੁਣ ਮੂਰਤੀ ਪੂਜਾ ਕਰ ਸਕਦੇ ਨਹੀਂ। ਅਸੀਂ ਦੁਨੀਆ ਵਾਲੇ ਅਡੰਬਰ ਕਰ ਸਕਦੇ ਨਹੀਂ। ਅਸੀਂ ਡੀਜੇ ਅੱਗੇ ਨੱਚ ਸਕਦੇ ਨਹੀਂ। ਅਸੀਂ ਗੰਦੇ ਗੀਤ ਸੁਣ ਸਕਦੇ, ਗੰਦੀਆਂ ਵੀਡੀਓ ਦੇਖ ਸਕਦੇ। ਚਾਲ ਤੋਂ ਕੀ ਕਰ ਦੇਣਾ ਆ? ਪ੍ਰਗਟ ਕਰ ਦੇਣਾ। ਦੁਨੀਆ ਦੇ ਰੀਤ ਰਿਵਾਜ ਕਰ ਸਕਦੇ ਨਹੀਂ। ਦੁਨੀਆ ਵਾਲੇ ਫੈਸ਼ਨ ਕਰ ਸਕਦੇ ਨਹੀਂ। ਇਹ ਕੀ ਕਰਨਾ ਆ? ਚਲਦਿਆਂ ਨੂੰ ਤੁਹਾਨੂੰ ਕਿਹਨੇ ਦੇਖਣਾ ਆ? ਦੁਨੀਆ ਨੇ ਦੇਖਣਾ ਆ। ਤੇ ਦੁਨੀਆ ਨੇ ਗਵਾਹ ਹੋ ਜਾਣਾ ਆ ਔਰ ਕਹਿ ਦੇਣਾ ਆ ਵਾਕਈ ਇਹ ਮਸੀਹੀ ਆ। ਹਾਲੇਲੂਇਆ। ਹਾਲੇਲੂਇਆ। ਸੋ ਅੱਖਾਂ ਬੰਦ ਕਰ, ਪ੍ਰਾਰਥਨਾ ਕਰ। ਹਾਲੇਲੂਇਆ। ਸਤਿ ਧੰਨਵਾਦ, 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 ਧੰਨਵਾਦ। ਹਾਲੇਲੂਇਆ। ਆਪਣੇ ਆਪਣੇ ਦਿਲ ਤੇ ਹੱਥ ਰੱਖੋ। अगर सच्ची मुच्ची तुम समझते हो कि दिन अंत दे आ, निशान पूरे आ और सारे हालात बिगड़े हुए आ और साडा काम बड़ा बाकी आ, जे अज तुसीं अपने मन नूं प्रभु नूं दिंदे आ ते प्रभु जरूर तुहाडे मन दे विच काम करूगा। खुदावंद खुदा तू इन्हां दी सुण ला। वाकई तेरे लोग बेबस आ, कई बार समर्पण कर करके भी उठ चुके आ, पर तेरे वचन च लिखिया कि तू माफ करने वाला परमेश्वर आ। और मैं प्रार्थना करदा खुदावंद तू अपने लोगों को माफ कर दे और एक होर मौका दे दे ताकि तेरे लोग अपने आप को शुद्ध कर लें, एक दूसरे प्यार मोहब्बत नाल जी सकन, एक दूसरे लिए वैर कढ़ देण खुदावंद।
एक दूसरे को परखना बंद कर देना खुदा, और तेरी महिमा ना तो प्रगट हो जाए और महिमा वाली देह मिल जाए, ऐसी कृपा कर देना प्रभु यीशु मसीह नाम दे विच। हुण सारे खुदावंद दा फजल बाप दी मोहब्बत के साथ मेरे फातिहा पाउण तो लेके हमेशा हमेशा तक सब ईमानदारां मुकद्दसां नाल नाम दी रवे। हालेलुया।